किरत करन के बिछड़े कर कृपा मेलो राम, कर कृपा मेलो राम। वाहिगुरु जी का खालसा, वाहिगुरु जी की फतेह। सतगुरु दीन दुनिया दे मालक सच्चे पातशाह, सर्व कला समर्थ अकाल स्वरूप श्री गुरु ग्रंथ साहिब सच्चे पातशाह जी दे पावन पवित्र चरना अंदर जुड़ बैठे सत्कार योग सन्मान योग साध संगत जी, आप जी अत वड भागी हो जो कि इस समय नूं कढ़ के पदार्थवादी युग विचों निकल के गुरु की हजूरी विच निरंतर कई दिनों तो आप जी शाम दे दीवान विच हाजरियां भर के निरसंसे सतगुरु जी दियां खुशियां झोलियां विच पवा रहे। अज दे समय विच 12 मामाज बाणी विचों आषाढ़ हाड़ दे महीने नाल संबंधित जो शब्द उचारिया गया, गुरु अर्जन देव पातशाह जी की बख्शिश, इस दी विचार सतगुरां दी कृपा द्वारा कीती जाएगी। साध संगत सतगुरां ने जो विशेष तौर ते इस शब्द विच केंद्री भाव दिता है, ਉਹਦੇ ਵਿੱਚ ਧਿਆन ला के समझना अत जरूरी है। ਅਸੀਂ ਜਿੱਥੇ खड़े हाँ, एक पासे साडे पदार्थ है ते एक पासे परमात्मा है। ਅਸੀਂ जिथे खड़े हाँ, एक पासे साडे शरीर है ते एक पासे आत्मा है। ਅਸੀਂ विचकार खड़े हाँ। ਅਸੀਂ कौन हाँ? साडा मन है। ਤੇ ਜਦੋਂ ਤਾਂ ਸਾਨੂੰ ਸਰੀਰ ਦੇ ਰਸ ਖਿੱਚ ਪਾਉਂਦੇ ਨੇ ਤੇ ਸਾਡੀ ਸੁਰਤ ਉਧਰ ਨੂੰ ਭੱਜਦੀ ਹੈ, ਉਹਨਾਂ ਨੂੰ ਪ੍ਰਾਪਤ ਕਰਦੀ ਹੈ ਕੁਦਰਤੀ ਹੈ, ਕਿਉਂਕਿ ਸਰੀਰ ਧਾਰੀ ਹਾਂ, ਸਰੀਰ ਦੇ ਵਿੱਚ ਰਹਿੰਦੇ ਹਾਂ ਤੇ ਸਰੀਰ ਦੇ ਵਿੱਚ ਰਹਿੰਦੇ ਹਾਂ, ਸਰੀਰ ਦਾ ਸਾਡੇ ਜੀਵਨ ਤੇ ਪ੍ਰਭਾਵ ਹੋਣਾ ਕੁਦਰਤੀ ਹੈ। पर एक दूजी दशा भी है कि साडा जन्म परमात्मा विचों होया, शब्द विचों होया, नाम विचों होया। भावें असी शरीर दे किन्ने रसां विच डुबीए पर सानू अपने घर दी याद कदी भुलदी नहीं, उधर भी खिच किते ना किते बनी रहे। इधर शरीर खिचदा है, उधर साडा जिहड़ा मूल है परमात्मा वो खिचदा है, दोवां पासे खिच पैंदी है। और मैं भी बेनती करां, संसार दे रस लैंदियां मनुख वापस परमात्मा वल तां मुड़दा है क्योंकि इन्हां रसां दे विचों एक भारी अकेवां जन्म लैंदा है। संसार दे जिन्ने रस ने ना, पदार्थ दा एक सिद्धांत है ध्यान देना। वैसे आम आदमी असी भी ਉਹਦੇ ਵਿੱਚ ਆਉਨੇ, इस यतन ਵਿੱਚ ਰਹਿੰਦਾ पदार्थ बहुता हो जाए, ਜਿਨ੍ਹਾਂ ਕੋਲ नहीं। इस करके भावें मैं शुरू ਵਿੱਚ ਗੱਲਾਂ शुरू नहीं करनियां ਚਾਹੁੰਦਾ, ਇਹ ਇੱਕ ਸੰਸਾਰ ਦਾ ਸਰਵੇਖਣ ਹੈ। ਜਿਹੜੇ ਗਰੀਬ ਦੇਸ਼ ਨੇ ਉਹ ਖੁਸ਼ ਨੇ, ਜਿਹੜੇ ਬਹੁਤੇ ਅਮੀਰ ਨੇ ਉਹਨਾਂ ਵਿੱਚ ਸੋਗ ਦੀ ਲਹਿਰ ਜ਼ਿਆਦਾ ਹੈ, ਕਿਉਂਕਿ ਉਹਨਾਂ ਕੋਲ ਪਦਾਰਥ ਜਿੰਨਾ ਚਾਹੀਦਾ ਸੀ ਉਹਦੇ ਤੋਂ ਵੀ ਵੱਧ ਉਹਨਾਂ ਨੇ ਇਕੱਠਾ ਕਰ ਲਿਆ। पर ਜਿਹੜੇ गरीब ने ਉਹਦੇ वास्ते भज रहे ने, उन्हां दी सुरत किते लगी हुई, वो बिजी ने, व्यस्त ने, इस करके उन्हां कोल इन्ना सोग नहीं। वो अजे यतन कर रहे ने कि असी पदार्थ नूं, धन नूं, माया नूं, संसार दे साधनां नूं प्राप्त करके सुख दी प्राप्ति कर लवांगे।
ਇਸ ਕਰਕੇ ਇਸ ਸੰਸਾਰ ਦੇ ਵਿੱਚੋਂ ਇੱਕ ਭਾਰੀ ਅਕੇਵਾਂ ਪੈਦਾ ਹੁੰਦਾ ਹੈ ਤੇ ਮਨੁੱਖ ਫਿਰ ਦੌੜਦਾ ਪਿੱਛੇ। ਉਹ ਖੋਜ ਕਰਦਾ ਸੁੱਖ ਦੀ ਕਿ ਸੁੱਖ ਕਿੱਥੋਂ ਮਿਲੇ। ਫਿਰ ਮੈਂ ਇਸ ਨੂੰ ਦੁਹਰਾ ਦਿਆਂ, ਸਤਿਗੁਰੂ ਨੇ ਹਾੜ੍ਹ ਦੇ ਮਹੀਨੇ ਵਿੱਚ ਗੱਲਾਂ ਹੀ ਸਿਰਫ 2 ਕੀਤੀਆਂ ਨੇ ਤੇ ਉਹਦੇ ਵਿੱਚ ਅਰਦਾਸ ਕੀਤੀ ਹੈ ਕਿ ਹੇ ਪ੍ਰਭੂ ਕਿਰਪਾ ਕਰ, ਮੇਰੇ ਮਨ ਵਿੱਚ ਆਪਣੇ ਦਰਸ਼ਨਾਂ ਦੀ ਪਿਆਸ ਲਾ ਦੇ। ਉਹ ਪਿਆਸ ਥੋੜ੍ਹੀ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪਿਆਸ ਸਾਡੇ ਵਿੱਚ 2 ਤਰ੍ਹਾਂ ਦੀ, ਸੰਸਾਰ ਦੀ ਵੀ ਤੇ ਪਰਮਾਤਮਾ ਦੀ ਵੀ। ਅਸੀਂ ਵਿੱਚ ਖੜੇ ਹਾਂ, ਸੰਸਾਰ ਆਪਣੇ ਵੱਲ ਖਿੱਚਦਾ ਤੇ ਰੱਬ ਆਪਣੇ ਵੱਲ ਖਿੱਚਦਾ ਹੈ। ਇਸ ਕਰਕੇ ਇਸ ਧਰਤੀ ਦੀ ਸਭ ਤੋਂ ਬੇਚੈਨ ਜੂਨੀ ਹੈ ਮਨੁੱਖ ਜੂਨੀ, ਕਿਉਂਕਿ ਇਹਨੂੰ ਖਿੱਚ ਦੋਵਾਂ ਪਾਸੇ ਪੈਂਦੀ ਰਹਿੰਦੀ। ਸ਼ਾਇਦ ਤਾਂ ਹੀ ਧਰਮ ਦੇ ਜਗਤ ਵਿੱਚ ਦੀਵੇ ਦੀ ਵਿਆਖਿਆ ਬਹੁਤ ਆਉਂਦੀ। ਸਤਿਗੁਰੂ ਨੇ ਜੋਤ ਕਿਹਾ ਆਪਣੇ ਆਪ, ਦੀਵਾ ਕਿਹਾ ਬਾਣੀ ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੂੰ ਇੱਕ ਦੀਵਾ ਕਿਹਾ, ਉਹਦੇ ਤੋਂ ਦੂਜਾ ਦੀਵਾ ਬਲਿਆ। ਦੀਵਾ ਕੀ ਹੈ? ਥੋੜ੍ਹਾ ਜਿਹਾ ਇਹਦੇ 'ਤੇ ਬੇਨਤੀ ਕਰਦੇ ਹਾਂ। ਜਿਹੜਾ ਸਾਧ ਸੰਗਤ ਜੀ ਦੀਵਾ ਹੈ ਨਾ, 2 ਚੀਜ਼ਾਂ ਦਾ ਬਣਿਆ। ਉਹਦੇ ਇੱਕ ਤੇ ਬਨਾਵਟ ਦੇ ਵਿੱਚ ਮਿੱਟੀ ਦੀ ਵਰਤੋਂ ਕੀਤੀ ਗਈ ਹੈ ਤੇ ਉਹ ਤੱਤ ਲਿਆ ਗਿਆ ਜ਼ਮੀਨ ਵਿੱਚੋਂ, ਤੇ ਜਿਹੜਾ ਤੱਤ ਬਲਦਾ ਉਹ ਆਇਆ ਸੂਰਜ ਵਿੱਚੋਂ। ਦੀਵਾ 2 ਚੀਜ਼ਾਂ ਦਾ ਜੋੜ ਹੈ, ਇਕੱਠੀਆਂ ਕੀਤੀਆਂ ਗਈਆਂ ਨੇ। ਦੀਵਾ ਬਣਿਆ ਮਿੱਟੀ ਵਿੱਚੋਂ ਤੇ ਜਿਹੜੀ ਵਿੱਚੋਂ ਲਾਟ ਨਿਕਲਦੀ ਹੈ, ਜਿਹੜਾ ਅੱਗ ਨਿਕਲਦੀ, ਉਹ ਅੱਗ ਆਈ ਹੈ ਸੂਰਜ ਵਿੱਚੋਂ। ਇਸ ਕਰਕੇ ਦੀਵੇ ਨੂੰ ਧਰਤੀ ਆਪਣੇ ਵੱਲ ਖਿੱਚਦੀ ਹੈ ਤੇ ਸੂਰਜ ਅੱਗ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਤਰ੍ਹਾਂ ਦੀਵੇ ਵਰਗੀ ਹਾਲਤ ਸਾਡੇ ਜੀਵਨ ਦੀ ਹੈ। ਸਾਡਾ ਸਰੀਰ ਤੇ ਬਣਿਆ ਇੱਥੋਂ ਮਾਤਾ ਪਿਤਾ ਤੋਂ 5 ਤੱਤਾਂ ਵਿੱਚੋਂ, ਤੇ 5 ਤੱਤ ਸਾਨੂੰ ਸੰਸਾਰ ਵੱਲ ਖਿੱਚਦੇ ਨੇ, ਪਰ ਜਿਹੜੀ ਸਾਡੇ ਵਿੱਚ ਜਿੰਦ ਪਾਈ ਏ ਉਹ ਇੱਥੋਂ ਦੀ ਨਹੀਂ, ਉਹ ਰੱਬ ਦੇ ਘਰੋਂ ਆਈ, ਉਹ ਰੱਬ ਵਾਲੇ ਪਾਸੇ ਖਿੱਚ ਪਾਉਂਦੀ। 2 ਚੀਜ਼ਾਂ ਨੂੰ ਮਿਕਸ ਕਰ ਦਿੱਤਾ, ਸਾਡਾ ਜੀਵਨ ਇਕੱਠਾ ਕਰ ਦਿੱਤਾ, ਜਿਸ ਕਰਕੇ 2 ਪਾਸੜ ਬਿਰਤੀ, 2 ਪਾਸਿਆਂ ਦੀ ਖਿੱਚ ਸਾਡੇ ਵਿੱਚ ਪਈ ਰਹਿੰਦੀ ਏ। ਤਾਂ ਹੀ ਇਸ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਗਿਆ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਦੋਏ ਭਾਏ ਵੇ ਗੁੱਚੀਐ। ਇਸੇ ਦੁਬਦਾ ਵਿੱਚ ਸਾਡਾ ਜੀਵਨ ਖੁਆਰ ਹੋ ਜਾਂਦਾ ਹੈ। ਅੰਜ ਨੂੰ ਦੌੜਦੇ ਹਾਂ, ਫਿਰ ਵਾਪਸ ਆਉਂਦੇ ਹਾਂ, ਉੱਧਰ ਥੋੜ੍ਹਾ ਦੁਬਦਾ ਵਿੱਚ ਪਹੁੰਚਦੇ ਕਿਤੇ ਵੀ 4 ਕਦਮ ਇੱਧਰ 4 ਕਦਮ ਉੱਧਰ, 4 ਕਦਮ ਕੋਈ ਆਦਮੀ ਸਾਰਾ ਦਿਨ ਤੁਰਦਾ ਰਹੇ ਭਲਾ, 4 ਕਦਮ ਇੱਧਰ ਜਾਏ 4 ਉੱਥੇ ਹੀ ਰਹੇਗਾ, ਥੱਕ ਵੀ ਜਾਏਗਾ, ਪਹੁੰਚੇਗਾ ਕਿਤੇ ਨਹੀਂ। ਸੱਚ ਜਾਣੋ, ਅਸੀਂ ਧਰਮੀ ਬੰਦੇ ਵੀ ਕੀ ਕਰਨੇ ਆ, ਜਿਹਨੂੰ ਅਸੀਂ ਕਹਿੰਦੇ ਆ ਨਾ ਰੱਬ ਦੇ ਰਾਹ 'ਤੇ ਤੁਰ ਰਹੇ ਹਾਂ। ਕੋਈ ਵਿਰਲਾ ਹੈ ਜਿਹਦੇ 'ਤੇ ਕਿਰਪਾ ਹੋ ਜਾਏ, ਜਿਹੜਾ ਰਾਹ ਹੀ ਇੱਕ ਚੁਣ ਲੈਂਦਾ ਹੈ, ਉਹ 'ਤੇ ਸਫ਼ਰ ਤੈਅ ਕਰ ਜਾਂਦਾ ਹੈ। ਬਾਕੀ ਤੇ ਆਪਾਂ 4 ਕੁ ਕਦਮ ਧਰਮ ਵਾਲੇ ਪਾਸੇ ਜਾਂਦੇ ਹਾਂ ਤੇ 4 ਕਦਮ ਸੰਸਾਰ ਵੱਲ, ਸ਼ਾਮ ਨੂੰ ਕੱਟ ਕੇ ਬਰਾਬਰ ਹੋ ਜਾਂਦਾ, ਸਾਰਾ ਇੱਕੋ ਜਿਹਾ ਹੋ ਜਾਂਦਾ, ਪਹੁੰਚਦੇ ਕਿਤੇ ਵੀ ਨਹੀਂ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਇੱਥੇ ਦੁਬਦਾ ਹੈ, ਮਨ ਵਿਚਕਾਰ ਖੜਾ ਹੈ। ਇੱਕ ਪਾਸੇ ਸੰਸਾਰ ਦੀ ਖਿੱਚ ਹੈ, ਇੱਕ ਪਾਸੇ ਪਰਮਾਤਮਾ ਦੀ ਖਿੱਚ ਹੈ। ਮਨੁੱਖ ਫੈਸਲਾ ਨਹੀਂ ਕਰ ਸਕਦਾ ਕਿਹੜੇ ਪਾਸੇ ਤੁਰਾਂ, ਤੇ ਸੰਸਾਰ ਦਾ ਵਜਨ ਬਹੁਤ ਹੈ, ਉਸ ਪਾਸੇ ਵੱਲ ਜੀਵਨ ਬਹੁਤ ਜਲਦੀ ਝੁਕ ਜਾਂਦਾ ਹੈ। ਇਸ ਕਰਕੇ ਸਤਿਗੁਰੂ ਨੇ ਇੱਕੋ ਹੀ ਤਰੀਕਾ ਦੱਸਿਆ, ਕਿਹਨਾਂ ਦੇ ਮਨ ਵਿੱਚ ਪਿਆਸ ਪੈਦਾ ਹੁੰਦੀ ਹੈ, ਕਿਵੇਂ ਪਿਆਸ ਪੈਦਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਜਿਹੜੇ ਇੱਧਰ ਨੂੰ ਲੰਘ ਗਏ ਨੇ, ਜਿਹੜੇ ਇਸ ਪਾਸੇ ਤੁਰੇ ਨੇ, ਜਿੱਥੇ ਤੁਸੀਂ ਬੈਠੇ ਹੋ ਸਾਧ ਸੰਗਤ, ਇੱਥੇ ਫਿਰ ਸਾਧ ਸੰਗਤ ਜੀ ਬੰਦੇ ਦੇ ਮਨ ਵਿੱਚ ਇੱਕ ਵਜਨ ਆ ਜਾਂਦਾ ਸੰਗਤ ਵਿੱਚ। ਸੰਗਤ ਤੋਂ ਬਿਨਾਂ ਮਨੁੱਖ ਕੁਝ ਨਹੀਂ ਜੇ ਕਰ ਸਕਦਾ। ਸਤਿਗੁਰੂ ਨੇ ਜਦੋਂ ਸਿੱਖ ਧਰਮ ਦੀ ਨੀਂਹ ਰੱਖੀ ਸੀ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ, ਤੇ ਜਦੋਂ ਉੱਥੇ 4 ਦਿਨ 8 ਦਿਨ ਰਹੇ, ਜਦੋਂ ਤੁਰਨ ਲੱਗੇ ਤੇ ਲੋਕ ਸਤਿਗੁਰਾਂ ਦੇ ਪਿਆਰ ਵਿੱਚ ਬੇਵਲ ਹੋ ਗਏ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਕਿਰਪਾ ਕਰੋ, ਆਪ ਚੱਲੇ ਹੋ ਤੇ ਬਾਅਦ ਵਿੱਚ ਸਹਾਰਾ ਕਿਹਦਾ ਹੈ? ਕੋਈ ਸਾਧਨ ਨਹੀਂ, ਉਦੋਂ ਸੰਪਰਕ ਹੀ ਨਹੀਂ ਸੀ, ਕੋਈ ਸਾਧਨ ਨਹੀਂ ਸਨ, ਪਰਤ ਕੇ ਕੋਈ ਆਉਂਦਾ ਨਹੀਂ ਸੀ। ਬਾਅਦ ਵਿੱਚ ਕਿਹੜਾ ਸਹਾਰਾ ਲਵਾਂਗੇ? ਤੇ ਸਤਿਗੁਰੂ ਨੇ 2 ਸਹਾਰੇ ਦਿੱਤੇ। ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਪਿੰਡ ਵਿੱਚ ਧਰਮਸ਼ਾਲਾ ਬਣਾਓ
ਉੱਥੇ ਸ਼ਾਮ ਨੂੰ ਸੰਗਤ ਕਰਿਆ ਕਰੋ। ਸੰਗਤ ਸ਼ਬਦ ਵਰਤਿਆ, ਇਕੱਠੇ ਹੋਇਆ ਕਰੋ। ਉਹਦੇ ਵਿੱਚ ਕੀ ਹੋਵੇਗਾ? ਉਹਦੇ ਵਿੱਚ ਸਾਧ ਸੰਗਤ ਜੀ ਜਿਹੜੇ ਜਿਨ੍ਹਾਂ ਦਾ ਨਿਸ਼ਚਾ ਥੋੜ੍ਹਾ ਜਿਹਾ ਡੋਲ ਗਿਆ ਨਾ, ਜਿਹੜਾ ਢਿੱਲਾ ਪੈ ਗਿਆ ਮਨੁੱਖ, ਉਹ ਜਦੋਂ ਜੁੜਿਆਂ ਹੋਇਆਂ ਦੇ ਵਿੱਚ ਬਹੇਗਾ ਤੇ ਉਹਦੀ ਸੁਰਤ ਕਸੀ ਜਾਏਗੀ, ਉਹਦੇ ਵਿੱਚ ਤਾਕਤ ਆ ਜਾਏਗੀ, ਉਹਦੇ ਵਿੱਚ ਸ਼ਕਤੀ ਆ ਜਾਏਗੀ, ਉਹਦਾ ਪ੍ਰਭਾਵ ਪਏਗਾ। ਇਸ ਕਰਕੇ ਸਤਿਗੁਰੂ ਨੇ ਇੱਕ ਸਭ ਤੋਂ ਮਹਿੰਗੀ ਦਾਤ ਸਾਨੂੰ ਦੇ ਦਿੱਤੀ। ਕਹਿਣ ਲੱਗੇ ਜਿੱਥੇ ਵੀ ਸਿੱਖ ਹੋਵੇ ਸ਼ਾਮ ਨੂੰ ਸੰਗਤ ਜ਼ਰੂਰ ਕਰੇ। ਸੰਗਤ ਦਾ ਮਤਲਬ ਗੁਰਸਿੱਖ ਇਕੱਠੇ ਹੋ ਕੇ ਬਹਿਣ, ਉੱਥੇ ਕੀਰਤਨ ਹੋਵੇ, ਉੱਥੇ ਗੁਰੂ ਦੀ ਗੱਲ ਭਾਵੇਂ ਸਾਦੇ ਤੌਰ 'ਤੇ ਹੋ ਜਾਏ ਪਰ ਸੰਗਤ ਜ਼ਰੂਰ ਹੋਵੇ। ਸੰਗਤ ਤੋਂ ਬਿਨਾਂ ਮਨ ਦਾ ਚਾਅ ਘਟ ਜਾਂਦਾ ਹੈ, ਮਨ ਦੀ ਸ਼ਕਤੀ ਡਾਊਨ ਹੋ ਜਾਂਦੀ, ਕਮਜ਼ੋਰ ਪੈ ਜਾਂਦਾ ਹੈ ਮਨੁੱਖ। ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ ਤਰਨ ਦੀ ਗੱਲ ਚੱਲਦੀ ਏ ਤੇ ਹਜ਼ੂਰ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜੇ ਸਤ ਸੰਗ ਵਿੱਚ ਮਿਲ ਗਏ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ, ਉਹਨਾਂ ਨੂੰ ਨਾਲੋਂ ਨਾਲੋਂ ਤਾਕਤ ਮਿਲਦੀ ਗਈ। ਜੁੜਿਆਂ ਨੂੰ ਮਿਲ ਕੇ ਜੁੜਨਾ ਸੌਖਾ ਹੈ ਸਾਧ ਸੰਗਤ ਜੀ, ਕਿਉਂਕਿ ਟੁੱਟਿਆਂ ਨੂੰ ਮਿਲ ਕੇ ਟੁੱਟਣਾ ਸੌਖਾ ਹੈ ਤੇ ਜੁੜਿਆਂ ਨੂੰ ਮਿਲ ਕੇ ਜੁੜਨਾ ਸੌਖਾ ਹੈ। ਬਸ ਦੋ ਹੀ ਸਿਧਾਂਤ ਨੇ। ਸਿਆਣੇ ਕਹਿੰਦੇ ਨੇ ਪੁਰਾਣੇ ਕਰਮਾਂ ਕਰਕੇ ਅੱਜ ਦਾ ਸੁਭਾਅ ਬਣਿਆ। ਇਸ ਬਾਣੀ ਦੀ ਸ਼ੁਰੂਆਤ ਹੀ ਕਰਮਾਂ ਤੋਂ ਹੁੰਦੀ ਹੈ। ਪੁਰਾਣੇ ਕਰਮਾਂ ਕਰਕੇ ਅੱਜ ਦਾ ਸੁਭਾਅ ਸਾਡਾ ਬਣਿਆ, ਉਵੇਂ ਦੀ ਅਸੀਂ ਸੰਗਤ ਕਰਨੇ ਆ। ਸਿੱਖ ਨੇ ਅਰਦਾਸ ਕੀਤੀ, ਮਹਾਰਾਜ ਇਸ ਸੰਗਤ ਨੂੰ ਬਦਲਣਾ ਚਾਹੁੰਦੇ ਆ, ਬਦਲੀਏ ਕਿਵੇਂ? ਇਸ ਕਰਮਾਂ ਨੂੰ ਬਦਲਣਾ ਚਾਹੁੰਦੇ ਆ, ਕਿਵੇਂ ਬਦਲੀਏ? ਕਹਿਣ ਲੱਗੇ ਸੰਗਤ ਬਦਲ ਦੇ ਕਰਮ ਬਦਲ ਜਾਣਗੇ, ਬਹਿਣਾ ਖਲੋਣਾ ਬਦਲ ਦੇ। ਮੈਂ ਛੋਟਾ ਜਿਹਾ ਇੱਕ ਨੁਕਤਾ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿੱਛੇ ਜੀ ਦਾਸ ਨੂੰ ਮੌਕਾ ਮਿਲਿਆ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕਾਂ ਦੀ ਵਿਚਾਰ ਕਰਨ ਦਾ। ਉਹਦੇ ਵਿੱਚ ਇੱਕ ਸ਼ਲੋਕ ਬੜਾ ਮਹਿੰਗਾ ਆਉਂਦਾ, ਮੈਂ 5-7 ਮਿੰਟ ਵਿੱਚ ਉਹ ਆਪ ਜੀ ਨਾਲ ਸਾਂਝਾ ਕਰਾਂ। ਸਿਰਫ ਸੰਗਤ ਦੀ ਗੱਲ। ਗੁਰੂ ਅੰਗਦ ਦੇਵ ਜੀ ਨੂੰ ਕਿਸੇ ਸਵਾਲ ਕੀਤਾ ਹੈ ਕਿ ਕੋਈ ਇਸ ਤਰ੍ਹਾਂ ਦਾ ਸੂਤਰ ਦਿਓ, ਨੁਕਤਾ ਦਿਓ ਵੀ ਲਗਾਤਾਰ ਹੀ ਲਗਾਅ ਬਣਿਆ ਰਹੇ। ਕਿਉਂਕਿ ਸਾਧ ਸੰਗਤ ਜੀ ਦੀਵਾਨ ਸਜਦੇ ਨੇ, ਇੱਕ ਵਾਰੀ ਗੁਰੂ ਦੀ ਗੱਲ ਸੁਣ ਕੇ ਚਾਅ ਪੈਦਾ ਹੋ ਜਾਂਦਾ, ਪਰਤ ਕੇ ਫਿਰ ਗੱਲ ਉੱਥੇ ਆ ਕੇ ਤਿਲਕ ਕੇ ਡਿੱਗ ਪੈਂਦੀ। ਹੋ ਤੇ ਬੜੀ ਵੱਡੀ ਗੱਲ ਹੈ ਨਾ, ਜਦੋਂ ਸਿੱਖ ਨੂੰ ਕਿਸੇ ਸਪੋਰਟ ਦੀ ਜ਼ਰੂਰਤ ਨਹੀਂ ਰਹਿ ਜਾਂਦੀ, ਉਹ ਸ਼ਬਦ ਦੇ ਸਹਾਰੇ ਸਿੱਧਾ ਹੀ ਖੜਾ ਹੋ ਜਾਂਦਾ, ਬੜੀ ਦੂਰ ਜਾ ਕੇ ਗੱਲ ਬਣਦੀ। ਉਹਦੇ ਤੋਂ ਪਹਿਲਾਂ ਤੇ ਸਾਨੂੰ ਸਾਰੀਆਂ ਚੀਜ਼ਾਂ ਅਸਰ ਪਾਉਂਦੀਆਂ ਨੇ, ਸੰਗਤ ਦਾ ਪ੍ਰਭਾਵ ਪੈਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਕਿਸੇ ਨੇ ਪੁੱਛਿਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਕਿ ਮਹਾਰਾਜ ਜੀ ਕੋਈ ਇਸ ਤਰ੍ਹਾਂ ਦਾ ਸਾਨੂੰ ਸਾਰੀ ਜ਼ਿੰਦਗੀ ਵਾਸਤੇ ਦੱਸ ਦਿਓ ਕਿ ਸਾਡਾ ਮਨ ਕਦੇ ਟੁੱਟੇ ਨਾ, ਕਮਜ਼ੋਰੀ ਨਾ ਆਵੇ ਵਿੱਚ, ਸਾਡਾ ਇਰਾਦਾ ਨਾ ਡੋਲੇ। ਤੇ ਸਤਿਗੁਰੂ ਨੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ ਧਿਆਨ ਦਿਓ 24 ਘੰਟਿਆਂ ਵਿੱਚ 8 ਪਹਿਰ ਨੇ ਤੇ ਮੈਂ ਤੁਹਾਨੂੰ 7 ਪਹਿਰਾਂ ਬਾਰੇ ਦੱਸਣਾ। 7 ਪਹਿਰਾਂ ਦੀ ਗੱਲ ਕਰ ਦਿੱਤੀ। 24 ਘੰਟਿਆਂ ਵਿੱਚੋਂ 7 ਪਹਿਰ ਬਣਦੇ ਨੇ 21 ਘੰਟੇ, ਜੋੜ ਕੇ ਵੇਖੋ 3 ਘੰਟੇ ਦਾ ਇੱਕ ਪਹਿਰ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਭਾਈ ਜੇ ਜੁੜਨਾ ਚਾਹੁੰਦੇ ਹੋ ਤੇ ਤੁਸੀਂ 7 ਪਹਿਰੀ 7 ਭਲਾ ਬਈਐ ਪੜਿਆ ਪਾਸ। ਕਹਿੰਦੇ ਜਿਹੜੇ 7 ਪਹਿਰ ਨੇ ਨਾ 8 ਵਿੱਚੋਂ, 8ਵੇਂ ਦੀ ਉੱਥੇ ਗੱਲ ਨਹੀਂ ਕੀਤੀ, ਉਹਨੇ 8ਵਾਂ ਛੱਡ ਦਿੱਤਾ, 8ਵੇਂ ਦੀ ਗੱਲ ਨਹੀਂ ਕੀਤੀ, 7 ਦੀ ਗੱਲ ਕੀਤੀ। ਇਹਦੇ ਵਿੱਚ ਵੀ ਇੱਕ ਰਮਜ ਹੈ, ਇਹਦੇ ਵਿੱਚ ਵੀ ਕੋਈ ਇਸ਼ਾਰਾ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਜੇ ਤੁਸੀਂ ਲਗਾਤਾਰ ਮਨ ਨੂੰ ਪਰਪੱਕ ਕਰਨਾ ਹੈ, ਉੱਚਾ ਕਰਨਾ ਹੈ, ਤੇ ਤੁਸੀਂ 8ਵੇਂ ਪਹਿਰ ਦੀ ਗੱਲ ਛੱਡੋ, ਪਹਿਲਾਂ 21 ਘੰਟਿਆਂ ਦੀ ਗੱਲ ਕਰੋ। 7 ਪਹਿਰੀ 7 ਭਲਾ ਕੀ ਕਰੀਏ ਜੇ ਉਹਨਾਂ 7 ਪਹਿਰਾਂ ਵਿੱਚ 21 ਘੰਟਿਆਂ ਵਿੱਚ? ਸਤਿਗੁਰੂ ਨੇ ਨਾ ਕਿਹਾ ਉਹਦੇ ਵਿੱਚ ਜਪ ਕਰ, ਨਾ ਕਿਹਾ ਤਪ ਕਰ, ਨਾ ਕਿਹਾ ਦਾਨ ਕਰ, ਕੁਝ ਵੀ ਨਹੀਂ ਕਿਹਾ। ਇੱਕ ਕੰਮ ਦਿੱਤਾ, ਕਹਿਣ ਲੱਗੇ ਬਈਐ ਪੜਿਆ ਪਾਸ। ਆਪਣੇ ਬਹਿਣ ਖਲੋਣ ਦਾ ਧਿਆਨ ਰੱਖੀ, ਤੂੰ ਉਹਨਾਂ 21 ਘੰਟਿਆਂ ਵਿੱਚ ਬਹਿੰਦਾ ਕਿਦੇ ਕੋਲ, ਕਿਉਂਕਿ ਬਹਿਣ ਦਾ ਬੜਾ ਪ੍ਰਭਾਵ ਪੈਂਦਾ। ਕੁਝ ਵੀ ਨਾ ਸੁਣੀਏ, ਕੁਝ ਵੀ ਨਾ ਕਰੀਏ, ਨਾ ਕੁਝ ਬੋਲੀਏ, ਨਾ ਕੁਝ ਸੁਣੀਏ। ਸਾਧ ਸੰਗਤ ਜੀ ਤੁਸੀਂ ਕਦੀ ਵੇਖਣਾ ਬੰਦੇ ਨੂੰ ਨੀਂਦ ਨਾ ਆਈ ਹੋਵੇ ਤੇ ਇੱਕ ਆਦਮੀ ਦੇ ਕੋਲ ਜਿਹੜਾ ਸੁੱਤਾ ਉਹਦੇ ਕੋਲ ਬੈਠ ਜਾਓ
ਉਹਦੇ ਕੋਲ ਬਹਿੰਦਿਆਂ ਬਹਿੰਦਿਆਂ ਸਾਨੂੰ ਨੀਂਦ ਆਉਣ ਲੱਗ ਪੈ ਗਈ। ਕੀ ਕਾਰਨ ਹੈ? ਉਹਨੇ ਕਿਹਾ ਤੇ ਨਹੀਂ ਸੌਂ ਜਾਓ। ਸੁੱਤੇ ਕੋਲ ਬੈਠੇ ਤੇ ਨੀਂਦ ਕਿੱਥੋਂ ਆ ਗਈ? ਇਹ ਐਵੇਂ ਨਹੀਂ ਆਈ। ਜਿਹੜਾ ਆਦਮੀ ਸੁੱਤਾ ਹੋਇਆ ਉਹਦੀਆਂ ਤਰੰਗਾਂ ਚੌਹਾਂ ਪਾਸੇ ਨੀਂਦ ਵਾਲੀਆਂ ਫੈਲੀਆਂ ਨੇ, ਉਹਨੇ ਖਿੱਚ ਲਿਆ ਉਸ ਨੂੰ, ਸੌਣ ਵਾਸਤੇ ਮਜਬੂਰ ਕਰ ਦਿੱਤਾ। ਸੰਗਤ ਦਾ ਇੰਨਾ ਵੱਡਾ ਪ੍ਰਭਾਵ। ਤੁਸੀਂ ਕਈ ਵਾਰੀ ਬੱਸਾਂ ਵਿੱਚ ਸਫ਼ਰ ਕਰੋਗੇ, ਤੁਸੀਂ ਵੇਖਿਆ ਹੋਣਾ ਕਿ ਅੱਗੇ ਵਾਲੇ ਡਰਾਈਵਰ ਦੇ ਨਾਲ 3 ਸੀਟਾਂ ਹੁੰਦੀਆਂ ਨੇ। ਉੱਥੇ ਅੱਗੇ ਲਿਖਿਆ ਹੁੰਦਾ ਹੈ ਵੀ 1, 2 ਤੇ 3 ਨੰਬਰ ਸੀਟ ਤੇ ਸੌਣਾ ਮਨ੍ਹਾ ਹੈ। ਮੈਂ ਪੜ੍ਹਦਾ ਰਿਹਾ ਬੜਾ ਚਿਰ ਆਪਣੇ ਪਿੰਡ ਦੀ ਬੱਸ, ਤੇ ਮੈਨੂੰ ਸਮਝ ਨਾ ਆਈ, ਤੇ ਆਦਤ ਸ਼ੁਰੂ ਤੋਂ ਸੀ ਵੀ ਜਿਹੜਾ ਪੜ੍ਹਿਆ ਹੈ ਕੀ ਕਾਰਨ ਕੀ ਹੈ। ਮੈਂ ਕਈ 2-3 ਸਾਲ ਜਾਂਦਾ ਰਿਹਾ ਤੇ ਮੁਹਾਵਰਾ ਯਾਦ ਕਰ ਲਿਆ, ਜਿਵੇਂ ਅਸੀਂ ਵੀ ਕਈ ਕੀਤੇ ਹੋਏ ਨੇ ਵੀ ਨਾਮ ਜਪਣਾ ਚਾਹੀਦਾ ਜੀ, ਆਹ ਕਰਨਾ ਚਾਹੀਦਾ। ਇਸ ਤਰ੍ਹਾਂ ਮੈਂ ਵੀ ਕਰ ਲਿਆ ਜੀ, 1, 2, 3 ਨੰਬਰ ਸੀਟ ਤੇ ਸੌਣਾ ਮਨ੍ਹਾ। ਫਿਰ ਸਹਿਜੇ ਸਹਿਜੇ ਮੇਰੀ ਡਰਾਈਵਰ ਦੇ ਨਾਲ ਮਿੱਤਰਤਾ ਪੈ ਗਈ, ਤੇ ਇੱਕ ਦਿਨ ਉਹਨੂੰ ਪੁੱਛਿਆ ਵੀ ਆਹ ਸਾਹਮਣੇ ਪਿੱਛੇ ਵਾਲੀਆਂ ਸੀਟਾਂ ਤੇ ਸੌਣਾ ਨਹੀਂ ਰੋਕਿਆ ਤੇ 1, 2, 3 ਤੇ ਕਿਉਂ ਰੋਕਿਆ? ਕਹਿਣ ਲੱਗੇ ਕਾਕਾ ਗੱਲ ਇਹ ਹੈ, ਬਜ਼ੁਰਗ ਸੀ ਉਹ, ਮੈਂ ਬੱਸ ਚਲਾਉਣਾ, ਇਹ ਸੀਟਾਂ ਮੇਰੇ ਨਾਲ ਮੈਨੂੰ ਦਿਸਦੀਆਂ ਨੇ 1, 2, 3, ਜੇ ਇਹਦੇ ਤੇ ਕੋਈ ਸਵਾਰੀ ਸੌਂ ਗਈ ਤੇ ਉਹਦੇ ਵੱਲੋਂ ਵੇਖ ਕੇ ਮੈਨੂੰ ਵੀ ਨੀਂਦ ਆ ਜਾਣੀ ਹੈ। ਮੈਨੂੰ ਨੀਂਦ ਆ ਗਈ ਤੇ ਫਿਰ ਕੀ ਹੋਵੇਗਾ ਤੂੰ ਆਪਣੇ ਆਪ ਸੋਚ ਲੈ। ਨੀਂਦ ਮੈਨੂੰ ਆ ਜਾਏਗੀ ਉਹਨਾਂ ਵੱਲੋਂ। ਇੰਨਾ ਸੰਗਤ ਦਾ ਪ੍ਰਭਾਵ ਹੈ। ਨੀਂਦ ਵਾਲੇ ਕੋਲ ਬੈਠਿਆਂ ਨੀਂਦ ਆਉਂਦੀ ਏ। ਤੁਸੀਂ ਕਦੀ ਵੇਖਣਾ ਬੰਦੇ ਨੂੰ ਭੁੱਖ ਨਾ ਲੱਗੀ ਹੋਵੇ, ਕੋਲ ਕੋਈ ਸਵਾਦ ਨਾਲ ਪ੍ਰਸ਼ਾਦਾ ਛਕੇ ਤੇ ਮੂੰਹ ਵਿੱਚ ਉਹ ਤੱਤ ਆਉਣੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਨਾਲ ਭੁੱਖ ਲੱਗਦੀ ਹੈ, ਭੁੱਖ ਬਣਨੀ ਸ਼ੁਰੂ ਹੋ ਜਾਂਦੀ, ਵੇਖ ਕੇ ਭੁੱਖ ਲੱਗਦੀ। ਸੰਗਤ ਕਿੰਨੀ ਮਹਾਨ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸੱਜਣਾ ਜਿਹੜੇ ਅੰਦਰੋਂ ਜੁੜ ਗਏ ਨੇ, ਜਦੋਂ ਉਹਨਾਂ ਦੇ ਕੋਲ ਬਵੇਂਗਾ ਤੈਨੂੰ ਜੁੜਨ ਦੀ ਜਾਚ ਨਹੀਂ ਸਿੱਖਣੀ ਪੈਣੀ, ਉਹਨਾਂ ਨੇ ਖਿੱਚ ਕੇ ਆਪੇ ਹੀ ਤੈਨੂੰ ਜੋੜ ਦੇਣਾ। ਤਾਂ ਹੀ ਬਚਨ ਕੀਤੇ ਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ। ਅਸੀਂ ਟੁੱਟ ਕਿਉਂ ਗਏ ਹਾਂ? ਅਸੀਂ ਕਹਿੰਦੇ ਹਾਂ ਬੱਚੇ ਗੁਰਦੁਆਰੇ ਨਹੀਂ ਆਉਂਦੇ, ਆਉਣ ਵਿਚਾਰੇ ਕਿਵੇਂ? ਜਿਸ ਬੱਚੇ ਨੇ 6 ਘੰਟੇ ਰੋਜ਼ ਟੀਵੀ ਵੇਖਣਾ ਹੈ, ਗੁਰਦੁਆਰਾ ਤੇ ਕਦੀ ਗੁਰਪੁਰਬ ਵਾਲੇ ਦਿਨ ਅਸੀਂ ਸਮਾਗਮ ਕਰਾਉਂਦੇ ਹਾਂ, ਘਰ ਵਿੱਚ ਕੀ ਵਾੜਿਆ ਹੋਇਆ ਸੀ? ਕਿਹੜੀ ਚੀਜ਼ ਚੱਲ ਰਹੀ? ਘਰ ਦੇ ਵਿੱਚ ਇੱਕ ਐਸੀ ਸੰਗਤ ਅਸੀਂ ਲੈ ਕੇ ਚਲੇ ਗਏ ਹਾਂ ਜਿਹੜੀ ਦਿਨ ਰਾਤ ਬੱਚੇ ਉਹਦੇ ਅੱਗੇ ਬੈਠੇ ਨੇ, ਨਾ ਉਹ ਮਾਂ ਕੋਲ ਬਹਿੰਦੇ ਨੇ, ਨਾ ਮਾਂ ਉਹਨਾਂ ਕੋਲ ਬਹਿੰਦੀ, ਮਾਂ ਵੀ ਨਹੀਂ ਬਹਿੰਦੀ, ਨਾ ਬੱਚੇ ਬਹਿੰਦੇ। ਹੁਣ ਕਿਵੇਂ ਪਤਾ ਲੱਗੇਗਾ ਅਸੀਂ ਕੌਣ ਸੀ, ਜੀਵਨ ਕੀ ਹੈ? ਹੁਣ ਜਿਹੜੇ ਵਿੱਚ ਵਿਖਾਉਣ ਵਾਲੇ ਨੇ ਉਹਨਾਂ ਦਾ ਮਸਲਾ ਕੀ ਹੈ? ਜਾਂ ਤੇ ਉਹ ਵੀ ਹੋਣ ਨਾ ਬੜੇ ਸਮਾਜ ਸੁਧਾਰਕ, ਜਿਨ੍ਹਾਂ ਨੇ ਵਿੱਚ ਸੀਨ ਦੇਣੇ ਨੇ, ਜਿਨ੍ਹਾਂ ਸੀਰੀਅਲ ਦੇਣੇ ਨੇ, ਜਿਨ੍ਹਾਂ ਨੇ ਗੀਤ ਗਾਉਣੇ ਨੇ, ਜਿਨ੍ਹਾਂ ਨੇ ਫਿਲਮਾਂ ਦਿਖਾਉਣੀਆਂ ਨੇ। ਜੇ ਤੇ ਉਹਨਾਂ ਦੇ ਮਨ ਵਿੱਚ ਕੁਝ ਨਾ ਕੁਝ ਹੋਵੇ, ਤੇ ਜੇ ਉੱਥੇ ਇਹ ਹੋਵੇ ਵੀ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਬੇ ਲਾਲੋ, ਜੇ ਉਹਨਾਂ ਦਾ ਮਸਲਾ ਵੀ ਇਹ ਹੈ ਕਿ ਜਿੰਨੇ ਵਸਤਰ ਲਾਓ ਉਹਨੇ ਪੈਸੇ ਜ਼ਿਆਦਾ, ਤੇ ਫਿਰ ਉਹਨਾਂ ਤੋਂ ਕੀ ਆਸ ਕਰਦੇ ਹੋ? ਸਾਧ ਸੰਗਤ ਜਿੰਨੀ ਬੇਸ਼ਰਮੀ ਕਰੋ ਉਹਨਾਂ ਧਨ ਜ਼ਿਆਦਾ ਆਵੇਗਾ, ਤੇ ਫਿਰ ਉਹਨਾਂ ਤੋਂ ਕੀ ਆਸ ਕਰਦੇ ਹੋ? ਤੁਹਾਨੂੰ ਸੱਭਿਆਚਾਰ ਸਿਖਾ ਦੇਣਗੇ, ਤੁਹਾਨੂੰ ਉਹ ਜ਼ਿੰਦਗੀ ਦਾ ਰਾਹ ਵਿਖਾ ਦੇਣਗੇ। ਉਹ ਤੇ ਸ਼ਰੇਆਮ ਕੁਕਰਮ ਕਰਨ ਵਾਸਤੇ ਉਤੇਜਿਤ ਕਰ ਰਹੇ ਨੇ ਸੰਸਾਰ ਨੂੰ। ਉਹ ਤੇ ਸ਼ਰੇਆਮ ਇਹ ਸਿਖਾ ਰਹੇ ਨੇ ਕਿ ਤੁਸੀਂ ਅਪਰਾਧ ਕਿਵੇਂ ਕਰਨਾ ਹੈ, ਤੁਸੀਂ ਬੇਇੱਜ਼ਤ ਕਿਵੇਂ ਕਰਨਾ ਹੈ, ਇੱਕ ਦੂਜੇ ਨੂੰ ਸਿਖਾਇਆ ਜਾ ਰਿਹਾ, ਤੇ ਲੋਕ ਉਹਨਾਂ ਨੂੰ ਵੇਖ ਰਹੇ ਨੇ। ਹੁਣ ਉਸ ਸਾਰੇ ਕੁਝ ਨੂੰ ਵੇਂਦਿਆਂ ਹੋਇਆਂ ਜਿਹੜਾ ਬੱਚਾ 1 ਮਹੀਨਾ ਰੋਜ਼ 3-4 ਘੰਟੇ ਸਾਧ ਸੰਗਤ ਜੀ ਟੀਵੀ ਵਿੱਚ ਇਹ ਕੁਝ ਵੇਖਦਾ ਹੈ, ਤੇ ਮਹੀਨੇ ਵਿੱਚ 100-125 ਘੰਟਾ ਵੇਖ ਕੇ ਆਉਂਦਾ ਹੈ, ਤੇ ਪਰਤ ਕੇ ਆ ਕੇ ਅਸੀਂ ਭਾਈ ਸਾਹਿਬ ਦੇ ਅੱਗੇ ਉਸ ਬੱਚੇ ਨੂੰ ਬਿਠਾ ਦਈਏ ਜੀ ਇਹਨੂੰ ਸਿੱਖੀ ਦੀ ਜਾਚ ਸਿਖਾਓ ਕੀ ਹੁੰਦੀ। ਭਾਈ ਸਾਹਿਬ ਉੱਥੇ ਕੀ ਕਰਨਗੇ? ਉਹ ਜਿਹੜਾ 125 ਘੰਟਾ ਉਹਦੇ ਅੰਦਰ ਧੱਸ ਗਿਆ ਹੈ, ਉਹ 5-7 ਮਿੰਟਾਂ ਵਿੱਚ ਕੀ ਹੋ ਜਾਏਗਾ? ਬਸ ਉਹਨੇ ਤੇ ਸਾਧ ਸੰਗਤ ਫਿਰ ਇਹੀ ਕਰਨਾ ਹੈ, ਪਿੱਛੋਂ ਇੱਕ ਵਾਰੀ ਜਕਾਰਾ ਛੱਡ ਦੇਗਾ, ਧਿਆਨ ਉਹਦਾ ਲੰਗਰ ਵੱਲ ਹੀ ਹੋਣਾ, ਕਦੋਂ ਖੁੱਲੇ ਜਾ ਕੇ ਛੱਕ ਕੇ ਫਿਰ ਜਾਈ ਵਾਪਸ ਚਲੇ। ਅਸੀਂ ਜਿਹੜੀ ਲਗਾਤਾਰੀ ਸਾਡੀ ਸੰਗਤ ਹੈ ਉਹਨੂੰ ਜਿੰਨਾ ਚਿਰ ਸ਼ੁੱਧ ਨਹੀਂ ਕਰਦੇ, ਉਹਨਾਂ ਚਿਰ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਹੀਂ ਬੈਠ ਸਕਦੀਆਂ, ਬਰਕਤ ਨਹੀਂ ਆ ਸਕਦੀ। ਤੇ ਸਭ ਤੋਂ ਵੱਡੀ, ਹੁਣ ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ,
ਇਸ ਤਰ੍ਹਾਂ ਦੇ ਟੀਵੀ ਚੈਨਲ ਆਉਣ ਲੱਗ ਪਏ ਨੇ ਜਿਨ੍ਹਾਂ ਵਿੱਚ ਲਗਾਤਾਰ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ। ਤੁਹਾਨੂੰ ਥਾਂ ਥਾਂ ਤੋਂ ਗੁਰਬਾਣੀ ਦੀ ਵਿਚਾਰ ਸੁਣਨ ਨੂੰ ਮਿਲਦੀ। ਹੋਰ ਕਈ ਪ੍ਰਕਾਰ ਦੇ ਚੰਗੇ ਪ੍ਰੋਗਰਾਮ ਵੀ ਆ ਰਹੇ ਨੇ। ਇਸ ਪਾਸੇ ਇੱਕ ਚੰਗਾ ਰਸਤਾ ਲੱਭਣ ਦਾ ਯਤਨ ਕੀਤਾ ਜਾ ਰਿਹਾ ਔਰ ਮੈਂ ਸਮਝਣਾ ਕਿ ਜਿਨ੍ਹਾਂ ਧਾਰਮਿਕ ਲੋਕਾਂ ਦੇ ਕੋਲ ਮਾਇਆ ਦੀ ਬਹੁਤਾਤ ਹੈ, ਜਿਹੜੇ ਸਿਆਣੇ ਲੋਕਾਂ ਕੋਲ ਧਨ ਦੀ ਬਹੁਤਾਤ ਹੈ, ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਜੀ ਅਸੀਂ ਕੀ ਲੈਣਾ ਦੁਨੀਆ ਤੋਂ, ਇੱਕ ਸਾਈਡ ਤੇ ਬਹਿ ਕੇ ਨਾਮ ਜਪੀ ਜਾਓ। ਨਹੀਂ, ਉਹਨਾਂ ਦੀ ਇੱਕ ਡਿਊਟੀ ਬਣਦੀ, ਇੱਕ ਫਰਜ਼ ਬਣਦਾ ਹੈ ਕਿ ਜੇ ਰੱਬ ਨੇ ਉਹਨਾਂ ਨੂੰ ਬੇਹਤਾਸ਼ਾ ਧਨ ਦਿੱਤਾ ਹੈ ਤੇ ਉਸ ਧਨ ਨੂੰ ਧਰਮ ਵਧਾਉਣ ਵਾਸਤੇ ਲਾਉਣਾ ਚਾਹੀਦਾ। ਉਹਨਾਂ ਨੂੰ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ, ਇਸ ਬੁਰਾਈ ਦਾ ਮੁਕਾਬਲਾ ਕਰਨਾ ਚਾਹੀਦਾ ਧਨ ਦੁਆਰਾ। ਤਾਂ ਇਸ ਤਰ੍ਹਾਂ ਸੰਗਤ ਦਾ ਪ੍ਰਭਾਵ ਪੈਂਦਾ ਹੈ। ਜੁੜਿਆਂ ਨੂੰ ਵੇਖ ਕੇ ਮਨੁੱਖ ਜੁੜਦਾ ਹੈ, ਕਮਜ਼ੋਰ ਮਨਾਂ ਵਿੱਚ ਤਾਕਤ ਆਉਂਦੀ ਏ। ਤੇ ਜਦੋਂ ਸਾਡੇ ਕਰਮ, ਸਤਿਗੁਰੂ ਕਹਿੰਦੇ ਕਿਰਤ ਕਰਮ ਕੇ ਵਿਛੜੇ, ਸਾਡੇ ਕਰਮ ਜਿਹੜੇ ਨੇ ਵਿਛੋੜਨ ਵਾਲੇ ਸਨ। ਜੇ ਅਸੀਂ ਆਪਣੇ ਕਰਮ ਬਦਲਨੇ ਨੇ ਤੇ ਸਾਨੂੰ ਆਪਣੀ ਸੰਗਤ ਬਦਲਣੀ ਪਏਗੀ। ਜਦੋਂ ਸੰਗਤ ਤਬਦੀਲ ਹੋ ਜਾਏਗੀ, ਸਾਧ ਸੰਗਤ ਦੀ ਕਰਮ ਬਦਲਣੇ ਸ਼ੁਰੂ ਹੋ ਜਾਣਗੇ, ਸ਼ਕਤੀ ਆਉਣੀ ਸ਼ੁਰੂ ਹੋ ਜਾਏਗੀ। ਮਸਤਕ ਦੇ ਲੇਖ ਹੁੰਦੇ ਨੇ ਜਿਹੜੇ ਮਨੁੱਖ ਨੂੰ ਕਈ ਵਾਰੀ ਨੀਵੇਂ ਥਾਵਾਂ ਵੱਲ ਲੈ ਜਾਂਦੇ। ਮੈਂ ਇੱਕ ਛੋਟੀ ਜਿਹੀ ਘਟਨਾ ਇਤਿਹਾਸ ਵਿੱਚੋਂ ਆਪ ਜੀ ਨਾਲ ਸਾਂਝੀ ਕਰਾਂ। ਕਰਮ ਵੀ ਇੱਕ ਚੀਜ਼ ਹੈ, ਭਾਗ ਬੜੀ ਪ੍ਰਬਲ ਚੀਜ਼ ਹੈ, ਖਿਆਲ ਰੱਖਣਾ। ਉਹ ਇੰਨੀ ਜਲਦੀ ਟਲਦਾ ਨਹੀਂ, ਉਹ ਜੀਵਨ ਵਿੱਚ ਆਉਂਦਾ ਹੈ, ਜ਼ਰੂਰ ਪ੍ਰਭਾਵ ਪਾਉਂਦਾ ਹੈ। ਹਾਂ, ਜੇ ਮਨੁੱਖ ਸੰਗਤ ਕਰਦਾ ਰਹੇ ਤੇ ਭਾਗ ਵਿੱਚ ਚੇਂਜ, ਫਰਕ ਪੈਣ ਲੱਗ ਪੈਂਦਾ। ਤੁਸੀਂ ਸੁਣਿਆ ਹੋਵੇਗਾ ਕਿ ਸਾਧ ਸੰਗਤ 18ਵੀਂ ਸਦੀ ਦੇ ਵਿੱਚ ਸਿੱਖ ਕੌਮ ਤੇ ਬੜਾ ਵੱਡਾ ਤਸ਼ੱਦਦ ਕੀਤਾ ਗਿਆ। 2 ਘੱਲੂਕਾਰੇ ਹੋਏ, ਹਜ਼ਾਰਾਂ ਦੀ ਸਿੱਖੀ ਗਿਣਤੀ ਵਿੱਚ ਸਿੱਖੀ ਖਤਮ ਕੀਤੀ ਗਈ। ਇਸੇ ਦੌਰਾਨ ਖੋਪਰੀਆਂ ਲੱਥੀਆਂ, ਇਸੇ ਦੌਰਾਨ ਬੰਦ ਕੱਟੇ ਗਏ, ਇਸੇ ਦੌਰਾਨ ਸਿੱਖ ਮਾਵਾਂ ਦੇ ਪੇਟ ਵਿੱਚ ਬੱਚੇ ਮਾਰੇ ਗਏ। ਤੁਸੀਂ ਸੁਣਿਆ ਹੋਵੇਗਾ ਜਨਮ ਲੈਣ ਤੋਂ ਪਹਿਲਾਂ ਇੰਨਾ ਘੋਰ ਅਤਿਆਚਾਰ ਵੀ ਸਿੱਖ ਕੌਮ ਤੇ ਹੋਇਆ। ਉਹ ਕਿਹੜੀ ਸੱਤਿਆ ਸੀ, ਕਿਹੜੀ ਤਾਕਤ ਸੀ ਜਿਹਦੇ ਆਧਾਰ ਤੇ ਸਿੱਖ ਕੌਮ ਬਚ ਗਈ। ਇਹ ਆਮ ਤੌਰ ਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਮੀਰ ਮਨੂ ਨੇ ਸਿੱਖ ਬੱਚਿਆਂ ਨੂੰ ਨੇਜਿਆਂ ਤੇ ਟੰਗ ਕੇ ਮਾਵਾਂ ਦੇ ਸਾਹਮਣੇ ਮਾਰਿਆ। ਜਦੋਂ ਸਾਰੇ ਬੱਚੇ ਮਾਰ ਦਿੱਤੇ ਗਏ, ਗਲਿਆਂ ਵਿੱਚ ਹਾਰ ਪਾ ਦਿੱਤੇ ਗਏ ਪਰੋ ਕੇ, ਪਰ ਉਹ ਅਡੋਲ ਸਿੱਖ ਮਾਵਾਂ ਬੈਠੀਆਂ ਰਹੀਆਂ। ਤੇ ਮੀਰ ਮਨੂ ਨੇ ਪੁੱਛਿਆ ਜਲਾਦਾਂ ਨੂੰ, ਕਹਿਣ ਲੱਗਾ ਵੀ ਸਾਰਾ ਕੰਮ ਹੋ ਚੁੱਕਾ ਹੈ, ਬੱਚਿਆਂ ਦੇ ਟੁਕੜੇ ਬਣਾ ਕੇ ਗਲੇ ਵਿੱਚ ਪਾ ਦਿੱਤੇ ਗਏ ਨੇ। ਕਹਿਣ ਲੱਗੇ ਹਾਂ। ਤੇ ਸ਼ਰਾਬ ਪੀ ਕੇ ਕਹਿੰਦਾ ਅੱਜ ਮੈਂ ਉੱਥੇ ਜਾ ਕੇ ਵੇਖਣਾ, ਜਦੋਂ ਇਹ ਸ਼ਾਮ ਨੂੰ ਪਾਠ ਕਰਦੀਆਂ ਸਨ ਕੱਲ੍ਹ, ਤੇ ਅਰਦਾਸ ਵਿੱਚ ਕਹਿੰਦੀਆਂ ਸਨ ਵੀ ਕਲਗੀਆਂ ਵਾਲੇ ਪਾਤਸ਼ਾਹ ਦਿਨ ਚੜ੍ਹਦੀ ਕਲਾ ਵਿੱਚ ਲੰਘਿਆ, ਹੁਣ ਰਾਤ ਵੀ ਚੜ੍ਹਦੀ ਕਲਾ ਵਿੱਚ ਬੀਤੇ, ਵੇਖਿਆ ਅੱਜ ਅਰਦਾਸ ਵਿੱਚ ਕੀ ਕਹਿਣਗੀਆਂ। ਅੱਜ ਕਹਿਣਗੀਆਂ ਗੁਰੂ ਗੋਬਿੰਦ ਸਿੰਘ ਤੇਰੇ ਸਿੱਖ ਬਣ ਕੇ ਕੀ ਖੱਟਿਆ, ਬੱਚਿਆਂ ਦੇ ਟੁਕੜੇ ਕਰਕੇ ਗਲੇ ਵਿੱਚ ਪੈ ਗਏ। ਅੱਜ ਮੈਂ ਇਹਨਾਂ ਦੀ ਅਰਦਾਸ ਬਦਲ ਦੇਣੀ ਹੈ। ਧਿਆਨ ਦਿਓ, ਇਹਨਾਂ ਚੀਜ਼ਾਂ ਨੂੰ ਬਦਲਣ ਵਾਸਤੇ ਨਾ ਅੱਜ ਵੀ ਬੜੇ ਲੋਕ ਨੇ ਬਦਲਣ ਦੀ ਯਤਨ ਕਰ ਰਹੇ ਨੇ। ਕਦੀ ਕਹਿੰਦੇ ਨੇ ਬਾਣੀ ਗੁਰੂ ਦੀ ਨਹੀਂ, ਇਹ ਬਾਣੀ ਗੁਰੂ ਦੀ ਨਹੀਂ। ਇਹ ਹੈਣ ਉਹੀ ਲੋਕ, ਇਹਨਾਂ ਨੇ ਕੱਪੜੇ ਸਾਡੇ ਵਾਲੇ ਪਾ ਲਏ, ਫਰਕ ਕੋਈ ਨਹੀਂ ਪਿਆ। ਮੀਰ ਮਨੂ ਨੇ ਕਿਹਾ ਇਹਨਾਂ ਦੀ ਅੱਜ ਅਰਦਾਸ ਬਦਲ ਦੇਣੀ ਹੈ। ਸ਼ਾਮ ਨੂੰ ਗਿਆ, ਬੱਚਿਆਂ ਦੇ ਟੁਕੜੇ ਗਲਾਂ ਵਿੱਚ ਹਾਰ ਪਏ ਹੋਏ ਸਨ। ਜਦੋਂ ਕੋਲੋਂ ਲੰਘਿਆ ਤੇ ਕੋਲੋਂ ਲੰਘਣ ਲੱਗਿਆ ਸਾਧ ਸੰਗਤ ਆਵਾਜ਼ ਫਿਰ ਆਈ ਕਿ ਸਤਿਗੁਰੂ ਆਪ ਜੀ ਦੀ ਰਹਿਮਤ ਦੇ ਨਾਲ 4 ਪੈ ਸੁੱਖ ਨਾਲ ਲੰਘੇ ਨੇ, ਰਾਤ ਵੀ ਕਿਰਪਾ ਕਰਨੀ, ਤੇਰੇ ਚਰਨਾਂ ਨਾਲ ਪਿਆਰ ਬਣਿਆ ਰਹੇ। ਇਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇਹ ਕਿਸ ਮਿੱਟੀ ਦੀਆਂ ਬਣੀਆਂ ਨੇ ਬੀਬੀਆਂ, ਬੱਚੇ ਸਾਹਮਣੇ ਕੱਟੇ ਗਏ ਨੇ। ਇਹਨਾਂ ਦੇ ਵਿੱਚ ਕਿਹੜੀ ਜ਼ਰੂਰਤ ਭਰੀ ਗਈ ਹੈ, ਕਿਹੜੀ ਤਾਕਤ ਭਰੀ ਗਈ। ਕ੍ਰੋਧ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ। ਉਹਨੇ ਕਿਹਾ ਇਹਨਾਂ ਨੂੰ ਮੈਂ ਝੁਕਾ ਕੇ ਛੱਡਣਾ, ਅੰਦਰੋਂ ਝੁਕਾ ਕੇ ਛੱਡਣਾ, ਇਹਨਾਂ ਦਾ ਨਿਸ਼ਚਾ ਤੋੜ ਦੇਣਾ ਮੈਂ ਗੁਰੂ ਗੋਬਿੰਦ ਸਿੰਘ ਤੋਂ। ਦੂਜੇ ਦਿਨ ਉਹਨੇ ਹੁਕਮ ਦਿੱਤਾ, ਕਹਿਣ ਲੱਗਾ ਬੱਚੇ ਤੇ ਸਾਰੀਆਂ ਦੇ ਮਾਰ ਦਿੱਤੇ ਗਏ ਨੇ, ਹੁਣ ਇਹ ਵੇਖੋ ਕਿਸੇ ਦੇ ਘਰ ਬੱਚਾ ਜਨਮ ਲੈਣ ਵਾਲਾ ਹੈ,
ਤੇ ਜਦੋਂ ਵੇਖਿਆ ਜਿਹੜੀਆਂ ਬੀਬੀਆਂ ਵੱਲ ਬੱਚੇ ਜਨਮ ਲੈਣ ਵਾਲੇ ਸਨ, ਕਹਿਣ ਲੱਗੇ ਪੱਥਰ ਲਿਆਓ, ਇੱਕ ਪੱਥਰ ਤੇ ਲਟਾ ਦਿੰਦੇ ਨੇ, ਉਹਦੇ ਉੱਤੇ ਉਸ ਬੱਚੀ ਨੂੰ, ਉਸ ਬੀਬੀ ਨੂੰ ਲੰਮਾ ਪਾ ਕੇ ਦੂਸਰਾ ਪੱਥਰ ਪੇਟ ਤੇ ਮਾਰ ਕੇ ਬੱਚੇ ਨੂੰ ਪੇਟ ਵਿੱਚ ਹੀ ਖਤਮ ਕਰ ਦਿੰਦੇ। ਇੰਨੇ ਜ਼ੁਲਮ ਵੀ ਹੋਏ ਸਾਧ ਸੰਗਤ ਜੀ, ਪਰ ਸਿੱਖ ਕੌਮ ਖਤਮ ਨਹੀਂ ਹੋਈ, ਕਿਉਂਕਿ ਮਨ ਦੇ ਵਿੱਚ ਇੱਕ ਪਰਪੱਕਤਾ ਸੀ, ਚੜ੍ਹਦੀ ਕਲਾ ਸੀ। ਧਿਆਨ ਦੇਣਾ, ਉਹ ਤੇ ਦੁਸ਼ਮਣ ਸੀ ਜਿਹੜਾ ਪੇਟ ਵਿੱਚ ਮਾਰਦਾ ਸੀ। ਅੱਜ ਸਾਡੇ ਸਾਹਮਣੇ ਅਸੀਂ ਘਰਾਂ ਵਿੱਚ ਆਪ ਬੱਚੇ ਮਾਰੀ ਜਾਂਦੇ ਹਾਂ, ਪੇਟਾਂ ਵਿੱਚ ਹੁੰਦਾ ਹੈ ਨਾ ਸਭ ਕੁਝ, ਬੱਚੀਆਂ ਮਾਰੀਆਂ ਜਾਂਦੀਆਂ ਨਾ, ਬੱਚੀਆਂ ਦਾ ਕਤਲ ਕੀਤਾ ਜਾਂਦਾ ਹੈ ਜਨਮ ਲੈਣ ਤੋਂ ਪਹਿਲਾਂ। ਉਹੀ ਤੇ ਤਰੀਕਾ ਹੈ। ਮੈਂ ਬੇਨਤੀ ਕਰ ਰਿਹਾ ਸੀ, ਮੀਰ ਮੰਨੂ ਕੱਪੜੇ ਬਦਲ ਕੇ ਆ ਗਿਆ, ਹੋਰ ਕੋਈ ਨਹੀਂ ਹੈ, ਵਸਤਰ ਬਦਲ ਕੇ ਆ ਗਿਆ, ਮੀਰ ਮੰਨੂ ਉਹੀ ਹੈ। ਅਸੀਂ ਆਪ ਹੀ ਮਾਰੀ ਜਾਂਦੇ ਹਾਂ। ਉਹਨੇ ਨਸਲ ਕੁਸ਼ੀ ਕੀਤੀ ਸੀ, ਉਹਨੇ ਨਸਲ ਖਤਮ ਕਰਨ ਦਾ ਯਤਨ ਕੀਤਾ ਸੀ। ਔਰ ਇਹ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਜਿਹੜੀ ਨਫ਼ਰੀ ਹੈ ਉਹ ਬਿਲਕੁਲ ਘਟਦੀ ਜਾ ਰਹੀ, ਘਟਦੀ ਜਾ ਰਹੀ, ਕਿਉਂਕਿ ਬੱਚੇ ਹੈ ਨਹੀਂ ਅੱਗੋਂ, ਇੱਕ ਇੱਕ ਬੱਚਾ ਹੈ। ਤਾਂ ਇਸ ਪਾਸੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਉਸ ਵੇਲੇ ਕਰਮ ਦੀ ਗੱਲ ਕਰ ਰਿਹਾ ਸੀ, ਭਾਗ ਦੀ ਗੱਲ ਕਰਦਾ ਮੈਂ ਅੱਗੇ ਚਲਾ ਗਿਆ। 18ਵੀਂ ਸਦੀ ਵਿੱਚ ਜਿਹੜੇ ਜ਼ੁਲਮ ਹੋਏ, ਇਹ ਵੀ ਸਾਰਾ ਕੁਝ ਸਹਿਆ। ਤੇ ਉਸ ਵੇਲੇ ਦੋ ਸਿੱਖਾਂ ਦਾ ਜ਼ਿਕਰ ਮੈਂ ਕਰਨ ਲੱਗਾ ਸੀ, ਭਾਗ ਦੀ ਗੱਲ ਕਰ ਰਿਹਾ ਸੀ। ਜੋ ਮੱਥੇ ਤੇ ਲਿਖਿਆ ਹੈ ਨਾ, ਉਹ ਕਈ ਵਾਰੀ ਵਾਪਰਦਾ ਸਾਧ ਸੰਗਤ ਜੀਵਨ ਵਿੱਚ, ਪਰ ਜੇ ਗੁਰੂ ਨਾਲ ਹੈ, ਜਿਵੇਂ ਅੱਜ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਜਿਨ੍ਹਾਂ ਦੇ ਨਾਲ ਗੁਰੂ ਦਾ ਪਿਆਰ ਨਹੀਂ, ਹਾੜ ਦਾ ਮਹੀਨਾ ਤਾਂ ਤਪਦਾ ਸਿਰਫ ਉਹਨਾਂ ਨੂੰ ਲੱਗਦਾ ਹੈ, ਦੂਜਿਆਂ ਨੂੰ ਨਹੀਂ। ਜਿਨ੍ਹਾਂ ਦੇ ਨਾਲ ਗੁਰੂ ਦਾ ਪਿਆਰ ਨਹੀਂ, ਉਹ ਹਰ ਪ੍ਰਕਾਰ ਦੀ ਤਪਦੀ ਵਿੱਚ ਠੰਡੇ ਰਹਿੰਦੇ ਨੇ। ਉਹਨਾਂ ਦੇ ਹੱਥ, ਗੁਰੂ ਦਾ ਹੱਥ ਉਹਨਾਂ ਦੇ ਸਿਰ ਤੇ ਰਹਿੰਦਾ ਹੈ। ਆ ਦੋ ਸਿੱਖਾਂ ਦਾ ਜ਼ਿਕਰ ਹੁੰਦਾ ਹੈ, ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸ਼ੁਬੇਗ ਸਿੰਘ, ਲਾਹੌਰ ਵਿੱਚ ਹੋਏ ਨੇ। ਸ਼ੁਬੇਗ ਸਿੰਘ ਬੜੇ ਵੱਡੇ ਅਹੁਦੇ ਤੇ ਸੀ, ਸਰਕਾਰੀ ਨੌਕਰੀ ਤੇ। ਸ਼ਾਹਬਾਜ਼ ਸਿੰਘ ਇਹਦਾ ਪੁੱਤਰ ਹੈ, ਸਰਕਾਰ ਦੇ ਸਰਕਾਰੀ ਕੰਮ ਕਰਦੇ ਸਨ। ਜਿਸ ਵੇਲੇ ਬਹੁਤ ਵੱਡੇ ਪੱਧਰ ਤੇ ਸ਼ਹੀਦੀਆਂ ਹੋਈਆਂ ਤੇ ਸ਼ੁਬੇਗ ਸਿੰਘ ਸਾਧ ਸੰਗਤ ਨੌਕਰੀ ਕਰਦਾ ਹੈ, ਇਹਦਾ ਪੁੱਤਰ ਸੀ ਸ਼ਾਹਬਾਜ਼ ਸਿੰਘ, ਬੜਾ ਸੋਹਣਾ ਸੁਨੱਖਾ। ਇਹਨੇ ਸੋਚਿਆ ਬਈ ਅੱਗੋਂ ਫਿਰ ਇਹਨੂੰ ਵੀ ਪੜ੍ਹਾਵਾਂ, ਚੰਗੀ ਨੌਕਰੀ ਤੇ ਲੱਗੇ। ਉਸ ਵੇਲੇ ਅਰਬੀ ਵਿੱਚ ਬਹੁਤਾ ਕੰਮ ਹੁੰਦਾ ਸੀ, ਅਰਬੀ ਫਾਰਸੀ ਜੋ ਪੜ੍ਹਦਾ ਸੀ ਉਹ ਵਿਦਵਾਨ ਮੰਨਿਆ ਜਾਂਦਾ ਸੀ। ਜਿਸ ਵੇਲੇ ਨੇ ਪ੍ਰਬੰਧ ਕੀਤਾ ਇੱਕ ਮੌਲਵੀ ਕੋਲ ਸ਼ਾਹਬਾਜ਼ ਸਿੰਘ ਨੂੰ ਪੜ੍ਹਾਉਣ ਦਾ, ਸ਼ਾਹਬਾਜ਼ ਸਿੰਘ ਬੜੀ ਜਲਦੀ ਵਿਦਿਆ ਨੂੰ ਦਾ ਭੇਦ ਪਾ ਗਿਆ, ਵਿਦਿਆ ਵਿੱਚ ਨਿਪੁੰਨ ਸੀ। ਉਸ ਕਾਜੀ ਨੇ, ਮੌਲਵੀ ਨੇ ਸੋਚਿਆ ਇਹ ਬੱਚਾ ਬੜਾ ਸੋਹਣਾ ਹੈ, ਵਿਦਿਆ ਵਿੱਚ ਵੀ ਬੜਾ ਨਿਪੁੰਨ ਹੈ, ਕਿਉਂ ਨਾ ਆਪਣੀ ਬੱਚੀ ਦਾ ਰਿਸ਼ਤਾ ਇਹਦੇ ਵੱਲ ਕਰਦੇ ਹਾਂ। ਇੱਥੋਂ ਗੱਲ ਸ਼ੁਰੂ ਹੋਈ। ਉਹਨੇ ਗੱਲ ਕੀਤੀ ਸ਼ਾਹਬਾਜ਼ ਸਿੰਘ ਨਾਲ, ਸ਼ੁਬੇਗ ਸਿੰਘ ਨਾਲ। ਉਹਨੇ ਕਿਹਾ ਵੀ ਅਸੀਂ ਧਰਮ ਤਬਦੀਲ ਨਹੀਂ ਕਰਨਾ, ਕਿਉਂਕਿ ਨਿਕਾਹ ਪੜ੍ਹਨ ਤੋਂ ਪਹਿਲਾਂ ਸਾਧ ਸੰਗਤ ਉਹਨੂੰ ਮੁਸਲਮਾਨ ਹੋਣਾ ਪੈਣਾ ਸੀ। ਸ਼ਾਹਬਾਜ਼ ਸਿੰਘ ਉਹ ਇਸ ਚੀਜ਼ ਦੇ ਪੱਕੇ ਨੇ ਵੀ ਜੇ ਨਿਕਾਹ ਹੋਣਾ ਤੇ ਪਹਿਲਾਂ ਉਹਨੂੰ ਮੁਸਲਮਾਨ ਬਣਾਉਣਾ, ਮੁਸਲਮਾਨ ਬਣਾ ਕੇ ਉਹਦੇ ਨਾਲ ਨਿਕਾਹ ਕਰਨ ਦੀ ਗੱਲ ਚੱਲੀ। ਜਦੋਂ ਸ਼ੁਬੇਗ ਸਿੰਘ ਨੇ ਜਵਾਬ ਦੇ ਦਿੱਤਾ ਤੇ ਉਸ ਵੇਲੇ ਸਰਕਾਰ ਕੋਲ ਇਹ ਦਰਖਾਸਤ ਦੇ ਕੇ ਵੀ ਸਿੱਖਾਂ ਦੀ ਇਮਦਾਦ ਕਰਦਾ ਹੈ, ਦੋਵਾਂ ਨੂੰ ਕੈਦ ਕਰ ਦਿੱਤਾ ਗਿਆ। ਫਤਵਾ ਲੱਗਾ, ਦੋਵਾਂ ਤੇ ਬਹੁਤ ਸਖਤ ਤਸ਼ੱਦਦ ਕੀਤਾ ਗਿਆ, ਕੋਰੜੇ ਮਾਰੇ ਗਏ। ਤੇ ਉਸ ਕੁੱਟਮਾਰ ਦੇ ਵਿੱਚ ਦੋਵਾਂ ਨੂੰ ਵੱਖਰੇ ਵੱਖਰੇ ਜਦੋਂ ਕੁੱਟਮਾਰ ਕੀਤੀ ਗਈ, ਸਾਧ ਸੰਗਤ ਕਈ ਵਾਰੀ ਚਰਖੜੀਆਂ ਤੇ ਚਾੜਿਆ ਗਿਆ। ਤੇ ਸ਼ਾਹਬਾਜ਼ ਸਿੰਘ ਸੀ ਅਜੇ ਬੱਚਾ, ਮਾਰ ਕੁੱਟ ਤੋਂ ਘਬਰਾ ਕੇ ਉਹਦੇ ਮੂੰਹ ਤੋਂ ਇੱਕ ਸ਼ਬਦ ਨਿਕਲ ਗਿਆ। ਉਹ ਸ਼ਬਦ ਕਿਹੜਾ ਸੀ? ਮੈਂ ਸਿੱਖੀ ਛੱਡਣ ਨੂੰ ਤਿਆਰ ਹਾਂ। ਸ਼ਾਹਬਾਜ਼ ਸਿੰਘ ਦੇ ਮੂੰਹ ਇੱਕ ਸ਼ਬਦ ਨਿਕਲਿਆ। ਜਦੋਂ ਇਹ ਸ਼ਬਦ ਨਿਕਲਿਆ ਤੇ ਸਾਧ ਸੰਗਤ ਸਾਰੇ ਲਾਹੌਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਰਕਾਰ ਕੋਲ। ਕਿਉਂ
क्योंकि सारी 50 साल तशद्दद करके सिख कौम विच एक भी बंदे दे मूँह ये नहीं सी कढ़ा सकी सरकार भी मैं सिखी त्याग के मुसलमान हो जाऊँ। एक आदमी तुम वेखो कितना वड्डा समा सी, किन्ने स्ट्रोंग लोग सन कि इन्ने तशद्दद दे विचों लंघ के एक आदमी दे मूँह तो शब्द नहीं कढ़ा सकी सरकार भी मैं सिखी त्याग देनी, मैं केस कटा देने। हुण एक पहले सिख ने जदों कहा मैं सिखी छड्डना, कुदरती तौर पर सरकार की जित सी। उस वेले जकरिया खान सारे इकट्ठे होकर उन्होंने शुबेग सिंह नूं कहा भी तेरा पुत्र सिखी तो डोल गया, मुसलमान बन लगा। शुबेग सिंह वखरा डकिया होया सी, उन्होंने भी कोरड़े मार मार के बेहाल किया होया। शुबेग सिंह कहंदा है तुसीं झूठ बोलदे हो, कहंदे तेरे सामने लिया के तेरा पुत्र खड़ा करांगे, तेरे सामने बोल के कह देगा भी मैं सिखी त्यागी, मैं सिखी छड्ड देती। कहन लगा लियाओ। शुबेग सिंह नूं उस कोठी विचों कढ़िया गया। सामने पुत्र शाहबाज सिंह नूं जलाद दोवां पासियों बाहां तो फड़ के ले आउंदे। इन्ना तशद्दद कीता उहदे तो तुरिया नहीं जांदा। हुण इह गल सहारनी साध संगत जी बड़ी औखी कि प्यो अपने पुत्र नूं सामने खून नाल लथ पथ, पैर उहदे जमीन ते नहीं लगदे, तशद्दद कर करके शरीर तोड़िया पिया सारा। जदों सामने वेख्या ना शुबेग सिंह ने अरदास कीती कि सतगुरु बरकत भरी मेरे विच, मैं इहनूं वेख के डोला ना ते इहदे विच जिहड़ी कमी आ गई उहनूं पूरी कर दियां। जदों सामने आया ना शाहबाज सिंह पुत्र शुबेग सिंह के सामने खलो के कहंदा पिता जी मेरे तो होर तशद्दद होर दुख नहीं सहा जाता, मैं सिखी त्यागण का मन बनाया। शुबेग सिंह वास्ते एक बहुत बड़ा झटका सी। जकरिया खान कहंदा वेख शुबेग सिंह तेरा पुत्र सामने सिखी छड्ड रहा है। कहंदे ने शुबेग सिंह दे मन विच पता नहीं गुरु दी की बरकत वरती, सामने जमीन ते लिया के डेग दिता उहदा पुत्र जमीन ते पिया है। शुबेग सिंह वेंदा है सिखी इहने त्यागणी नहीं सी, पर इहदे मत्थे ते एक भाग लिखिया होया है जिहड़ा ये सी कि एक वक्त ते अपने धर्म तो डोल देगा। मैं भाग की गल कर रहा सी, कई बारी मत्थे ते लिखिया होंदा, मान नहीं करना चाहिए। वेखी वो लकीर शुबेग सिंह ने कि मेरे पुत्र दे मस्तक ते सिखी त्यागण दा लेख लिखिया होया है, पर उस वेले उन्होंने एक ये भी शब्द याद आया कि साध धूड़ी बुरे लेख मिटावे। साध संगत की जिहड़ी धूड़ है ना वो बुरे लेखां नूं खत्म कर देंदी। अज जदों आपां गुरुद्वारे आउंदे आ क्यों मस्तक लाईदा, क्यों आपां धूड़ लैंदे आ, काहदे वास्ते है? साध संगत जी ये धूड़ी मत्थे नूं लाया नमस्कार कीतियां कई माड़ियां लकीरां मिट जांदियां ने गुरु की कृपा दे नाल। शुबेग सिंह ने वेख्या लकीर माड़ी है, भाग माड़ा है, पर नाल अंदरों आवाज़ आई क्योंकि जदों सिख गहरी मुसीबत विच जांदा है उहदे शरीर विच गुरु दीयां बरकतां वरतन लग पैंदियां। अंदरों आवाज़ आई, वो आवाज़ सी कलगियां वाले दी, शुबेग सिंघा घबरा ना, आ तेरे पैर दी जुत्ती विच मैं बरकत भर दिती है, ला अपने पुत्र दे मथे नूं। ये जोड़े विच इन्नी बरकत है भी उहदा बुरा लेख मिटा देगी। जदों अंदरों ये आवाज़ आई शुबेग सिंह ने डिगे हुए पुत्र दे मस्तक नूं अपने पैर दे जोड़े दी जदों नोक उहदे मस्तक ते फेरी ना, ओही शाहबाज सिंह जिहड़ा डोलिया होया सी डिग्या होया सी ते कह रहा सी मैं सिखी त्याग देना, उस वेले जकारे छड्डन लग पिया ते उहदे मूँह दे शब्द सन मेरा भावें एक एक लूँ जिहड़ा है शरीर दा बंद बंद कट दिता जाए पर मैं कदी सिखी नहीं त्यागांगा। ये साध संगत की धूड़ दा बरकत है। मैं बेनती कर रहा सी जेड़े भाग साडे अगे अड़दे ने ना, बहुते आपां गुरु दे लड़ लग जाने, अध कुछ आके फिर सुक्का जा हो जाता सारा कुछ।
फिर कई गुरसिख कहते हैं भी पता नहीं की गल है। साध संगत जी ਉਹਦਾ इलाज सतगुरु ने कीता है। कहन लगे गुरसिखा विकास ਤਾਂ ਹੋਵੇਗਾ गुरसिखां ਦੀ संगत करेगा। ਜ਼ਰੂਰੀ नहीं कि तू एक ਥਾਂ ਤੇ ਦੀਵਾਨ ਸਜੇ ਉਹ ਹੀ ਸੰਗਤ ਹੈ। ਤੂੰ ਆਪਣੇ ਬਾਜ਼ਾਰ ਵਿੱਚ ਇੱਕ ਗਰੁੱਪ ਵਿੱਚ ਜਿਉਂ, ਜਿੱਥੇ ਤੂੰ ਕੰਮ ਕਰਨਾ ਤੇਰੇ 2-4 ਸੰਗੀ ਸਾਥੀ ਹੋਣੇ ਚਾਹੀਦੇ ਨੇ, ਇਕੱਠੇ ਹੋ ਕੇ ਤੁਰਿਆ ਕਰ, ਤਾਕਤ ਬਣਦੀ। ਜੇ ਇਕੱਲਾ ਤੁਰੇਗਾ ਤੇ ਸੁੱਕ ਜਾਏਗਾ। ਉਹ ਤੇ ਬੜੇ ਘੱਟ ਨੇ ਜਿਹੜੇ ਇਕੱਲੇ ਵੀ ਲਹਿਰਾਂ ਵਿੱਚ ਰਹਿੰਦੇ, ਉਹ ਬਹੁਤ ਥੋੜੇ ਨੇ। ਪਰ ਤੈਨੂੰ ਜ਼ਰੂਰਤ ਹੈ ਸੰਗ ਸਾਥ ਦੀ। ਇਸ ਕਰਕੇ ਸਿੱਖ ਰੋਜ਼ ਮੰਗਦਾ ਹੈ ਉਹਨਾਂ ਦੀ ਸੰਗਤ, ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਫਿਰ ਤੱਤੀ ਆਵਾਜ਼ ਜਿਹੜੀ ਪਹੁੰਚਦੀ ਨਹੀਂ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਰੰਭ ਵਿੱਚ ਬਚਨ ਕਰਦੇ ਨੇ। ਆਪਾਂ ਇੱਕ ਇੱਕ ਸ਼ਬਦ ਨੂੰ ਚੰਗੀ ਤਰ੍ਹਾਂ ਆਪਣੇ ਧਿਆਨ ਵਿੱਚ ਉਤਾਰਾਂਗੇ, ਕਿਉਂਕਿ ਕੱਲ੍ਹ ਜਿਵੇਂ ਆਪਾਂ ਲੜੀਵਾਰ ਸਾਰੇ ਸ਼ਬਦ ਵਿਚਾਰ ਰਹੇ ਹਾਂ, ਉਸੇ ਤਰ੍ਹਾਂ ਅੱਜ ਦੇ ਸ਼ਬਦ ਦੇ ਸਿਧਾਂਤ ਕੀ ਨੇ। ਮੈਂ ਪਹਿਲਾਂ ਕਹਿ ਚੁੱਕਾ, ਅੱਜ ਦੇ ਸ਼ਬਦ ਵਿੱਚ ਸਾਡੇ ਮਨ ਵਿੱਚ ਪਈ ਹੋਈ ਕਚਿਆਈ ਤੇ ਦੁਬਦਾ ਨੂੰ ਕੱਢਣ ਦਾ ਯਤਨ ਕੀਤਾ ਗਿਆ। ਹਜ਼ੂਰ ਕਹਿੰਦੇ ਆਸ਼ਾੜ ਤਪੰਦਾ ਤਿਸ ਲੱਗੈ। ਆਸ਼ਾੜ ਤੇ ਅਰਥ ਨੇ ਹਾੜ ਦਾ ਮਹੀਨਾ, ਬਹੁਤ ਤਪਦਾ। ਸੂਰਜ ਜ਼ਮੀਨ ਨੂੰ ਤਪਾ ਦਿੰਦਾ। ਕਹਿੰਦੇ ਇਹ ਉਹਨਾਂ ਨੂੰ ਹੀ ਤਪਾਉਂਦਾ ਹੈ। ਹਰ ਨਾਹੋਂ ਦਾ ਅਰਥ ਹੈ ਪਤੀ, ਜਿਹੜੇ ਆਪਣੇ ਪਤੀ ਪਰਮਾਤਮਾ ਨੂੰ ਆਪਣੇ ਕੋਲ ਨਹੀਂ ਸਮਝਦੇ, ਭਾਵ ਉਹਦੇ ਤੋਂ ਦੂਰ ਰਹਿੰਦੇ ਨੇ। ਜਿਹੜੇ ਉਹਨੂੰ ਆਪਣੇ ਨੇੜੇ ਸਮਝਦੇ ਨੇ, ਸੰਸਾਰ ਦੀ ਅਗਨ ਉਹਨੂੰ ਪਹੁੰਚਦੀ ਨਹੀਂ। ਮੈਂ ਇੱਕ ਦੋ ਉਦਾਹਰਨਾਂ ਆਪ ਜੀ ਨਾਲ ਸਾਂਝੀਆਂ ਕਰ ਦਿਆਂਗਾ। ਅਸੀਂ ਇੱਕ ਰਾਹ ਤੋਂ ਲੰਘਣਾ ਹੈ ਤੇ ਰਾਹ ਵਿੱਚ ਰੋੜੇ ਨੇ, ਕੰਡੇ ਨੇ। ਜੇ ਤੇ ਇਕੱਲਾ ਪੈਰ ਸਾਡਾ ਨੰਗੇ ਪੈਰ ਹਾਂ ਤੇ ਕੰਡਿਆਂ ਤੋਂ ਲੰਘਾਂਗੇ, ਕੰਡੇ ਜਿਹੜੇ ਨੇ ਸਾਨੂੰ ਚੁੱਭਣਗੇ, ਤੁਰਿਆ ਨਹੀਂ ਜਾਏਗਾ। ਪਰ ਜੇ ਉਸੇ ਥਾਂ ਤੇ ਇੱਕ ਜੁੱਤੀ ਦੀ ਵਰਤੋਂ ਕੀਤੀ ਜਾਏ, ਪੈਰਾਂ ਵਿੱਚ ਜੋੜਾ ਪਾ ਲਿਆ ਜਾਏ, ਕੰਡਿਆਂ ਨੂੰ ਹਟਾਉਣ ਦੀ ਲੋੜ ਨਹੀਂ ਪਏਗੀ। ਅਸੀਂ ਲੰਘ ਵੀ ਉੱਥੋਂ ਜਾਵਾਂਗੇ, ਪੈਰਾਂ ਦਾ ਨੁਕਸਾਨ ਵੀ ਨਹੀਂ ਹੋਵੇਗਾ। ਅਸੀਂ ਇੱਕ ਗਲਤ ਯਤਨ ਕਰ ਰਹੇ ਹਾਂ। ਅਸੀਂ ਕਹਿ ਰਹੇ ਹਾਂ ਅਸੀਂ ਦੁਨੀਆ ਦੇ ਵਿੱਚੋਂ ਦੁੱਖਾਂ ਦੇ ਕੰਡੇ ਪਹਿਲਾਂ ਪਾਸੇ ਕਰਨੇ ਨੇ ਤੇ ਫਿਰ ਉੱਥੋਂ ਲੰਘਣਾ। ਜੀਵਨ ਦਾ ਸਿਧਾਂਤ ਕੁਝ ਹੋਰ ਕਹਿੰਦਾ। ਉਹ ਕਹਿੰਦੇ ਨੇ ਤੂੰ ਗੁਰੂ ਕੇ ਸ਼ਬਦ ਨਾਲ ਸਾਂਝ ਪਾ ਲੈ, ਗੁਰੂ ਕਾ ਸ਼ਬਦ ਤੈਨੂੰ ਕਵਰੇਜ ਦੇ ਦੇਗਾ, ਤੈਨੂੰ ਸਹਾਰਾ ਦੇ ਦੇਗਾ। ਤੂੰ ਦੁੱਖਾਂ ਦੇ ਕੰਡਿਆਂ ਨੂੰ ਦਲ ਕੇ ਲੰਘ ਜਾਏਗਾ, ਉਹਨਾਂ ਦੇ ਉੱਤੋਂ ਦੀ ਨਿਕਲ ਜਾਏਗਾ। ਉਹ ਚੁੱਭ ਨਹੀਂ ਸਕਦੇ ਤੈਨੂੰ। ਉਹਨਾਂ ਦੇ ਚੁੱਭਣ ਦਾ ਕਾਰਨ ਹੈ ਤੂੰ ਨਗਨ ਹੈ, ਤੇਰੇ ਨਾਲ ਗੁਰੂ ਕਾ ਸ਼ਬਦ ਨਹੀਂ। ਜਿੱਦਣ ਤੇਰੇ ਨਾਲ ਸ਼ਬਦ ਆ ਗਿਆ ਗੁਰੂ ਕਾ, ਗੁਰੂ ਕੀ ਬਖਸ਼ਿਸ਼ ਆ ਗਈ, ਦੁੱਖਾਂ ਨੂੰ ਪਾਸੇ ਕਰਨ ਦੀ ਲੋੜ ਹੀ ਨਹੀਂ। ਦੁੱਖ ਤੇਰਾ ਸਵਾਗਤ ਕਰਨਗੇ, ਸੁੱਖ ਵਿੱਚ ਬਦਲ ਜਾਣਗੇ। ਉਹਨਾਂ ਵਿੱਚ ਇੰਨੀ ਗੁਰੂ ਕੇ ਸ਼ਬਦ ਵਿੱਚ ਇਹੀ ਤੇ ਤਾਕਤ ਚੇਂਜ ਕਰਦਾ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਜਦੋਂ ਦੀਵਾ ਬਾਲਿਆ ਜਾਂਦਾ ਹੈ ਤੇ ਦੀਵਾ ਬਾਲਣ ਤੋਂ ਪਹਿਲਾਂ ਵੱਟੀ ਬਣਾਈ ਜਾਂਦੀ ਹੈ ਰੂੰ ਦੀ। ਜੇ ਦੀਵਾ ਕਿਸੇ ਦੇ ਘਰ ਵਿੱਚ ਹੋਵੇ ਤਾਂ ਪਤਾ ਲੱਗੇਗਾ, ਵੱਟੀ ਬਣਾਈ ਜਾਂਦੀ ਹੈ। ਜੇ ਉਸ ਰੂੰ ਦੀ ਵੱਟੀ ਨੂੰ ਤੁਸੀਂ ਸਿੱਧੀ ਅੱਗ ਲਾ ਦਿਓ ਤੇ ਉਹ ਅੱਧੇ ਮਿੰਟ ਤੋਂ ਪਹਿਲਾਂ ਸੜ ਕੇ ਸੁਆਹ ਹੋ ਜਾਏਗੀ। ਪਰ ਜੇ ਉਸੇ ਰੂੰ ਦੀ ਵੱਟੀ ਨੂੰ ਤੁਸੀਂ ਸਰੋਂ ਦੇ ਤੇਲ ਵਿੱਚ ਭਿਉਂ ਦਿਓ ਉਸ ਦੀਵੇ ਦੇ ਅੰਦਰ ਤੇ ਉਹਨੂੰ ਅੱਗ ਲਾ ਦਿਓ, ਉਹ ਵੱਟੀ ਕਈ ਦਿਨ ਬਲਦੀ ਰਹੇਗੀ, ਰੂੰ ਨਹੀਂ ਸੜੇਗਾ, ਤੇਲ ਬਲਦਾ ਰਹੇਗਾ, ਚਾਨਣ ਵੀ ਹੋ ਜਾਏਗਾ ਤੇ ਉਹ ਵੱਟੀ ਵੀ ਬਚ ਜਾਏਗੀ। ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਆਪਣੀ ਸਾਂਝ ਗੁਰਬਾਣੀ ਨਾਲ ਬਣਾ ਲਈ, ਗੁਰੂ ਕੇ ਸ਼ਬਦ ਨਾਲ ਸਾਂਝ ਪਾ ਲਈ, ਇੱਥੇ ਤੇ ਤਪਸ਼ ਹੈ ਹੀ, ਇੱਥੇ ਤੇ ਅਗਨੀ ਹੈ ਹੀ। ਆਪਾਂ ਸਾਰਾ ਵਿਸ਼ਾ ਕੱਲ ਅਗਨੀ ਤੇ ਵਿਚਾਰਿਆ ਸੀ। ਇੱਥੇ ਅੱਗ ਜ਼ਰੂਰ ਲੱਗਣੀ ਹੈ, ਪਰ ਜਿਨ੍ਹਾਂ ਦੇ ਮਨ ਵਿੱਚ ਉਸ ਸਰੋਂ ਦਾ ਤੇਲ ਜਿਵੇਂ ਉਸ ਵੱਟੀ ਨੂੰ ਬਚਾ ਕੇ ਰੱਖਦਾ ਹੈ, ਜਿਨ੍ਹਾਂ ਦੇ ਅੰਦਰ ਗੁਰੂ ਕੇ ਸ਼ਬਦ ਦੀ ਦਾਤ ਡਿੱਗ ਗਈ, ਉਹਨਾਂ ਨੂੰ ਅੱਗ ਕਦੀ ਸਾੜ ਨਹੀਂ ਸਕੇਗੀ। ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ, ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰ ਦੇ ਦੁੱਖਾਂ ਤੋਂ ਕਿਵੇਂ ਬਚੀਏ, ਉਹ ਕਿਹੜਾ ਤਰੀਕਾ ਹੈ।
ਤੇ ਗੁਰੂ ਸਾਹਿਬ ਨੇ ਜਵਾਬ ਨਾ ਦਿੱਤਾ। ਕਹਿੰਦੇ ਕੱਲ ਜਵਾਬ ਦਿਆਂਗੇ। ਅਗਲਾ ਦਿਨ ਆ ਗਿਆ। ਅਗਲੇ ਦਿਨ ਸਤਿਗੁਰੂ ਬਾਹਰ ਸੈਰ ਕਰਨ ਨੂੰ ਨਿਕਲੇ ਸ਼ਾਮ। ਨਾਲ ਹੀ ਉਹ ਸਿੱਖ ਸਨ ਜਿਨ੍ਹਾਂ ਸਵਾਲ ਕੀਤਾ ਸੀ। ਜਦੋਂ ਤੁਰੇ ਜਾਂਦੇ ਨਾ, ਥੋੜ੍ਹੀ ਜਿਹੀ ਬਾਰਿਸ਼, ਕਣੀਆਂ ਵਿਰਲੀਆਂ ਵਿਰਲੀਆਂ ਡਿੱਗਣ ਲੱਗ ਪਈਆਂ। ਮੀਂਹ ਪੈ ਕੇ ਹਟਿਆ ਸੀ ਤੇ ਸੜਕ ਦੇ ਕਿਨਾਰੇ ਦੇ ਉੱਤੇ ਕਿਸੇ ਨੇ ਇੱਕ ਭਾਂਡਾ ਸਿੱਟਿਆ ਸੀ ਜਿਹੜਾ ਟੁੱਟਾ ਹੋਇਆ ਸੀ। ਆ ਮਿੱਟੀ ਦਾ ਭਾਂਡਾ ਘੜਾ ਸਿੱਟਿਆ ਸੀ। ਤੇ ਜਦੋਂ ਸਤਿਗੁਰੂ ਉੱਥੋਂ ਲੰਘੇ ਤੇ ਉੱਥੇ ਖੜੇ ਹੋ ਗਏ। ਜਦੋਂ ਮੀਂਹ ਪੈਂਦਾ ਸੀ, ਉਹ ਭਾਂਡਾ ਜਿਹੜਾ ਉਹਦੇ ਉੱਤੇ ਕਣੀਆਂ ਡਿੱਗਦੀਆਂ ਸਨ ਤੇ ਤਿਲਕ ਕੇ ਜ਼ਮੀਨ ਤੇ ਡਿੱਗ ਪੈਂਦੀਆਂ ਸਨ। ਉੱਤੋਂ ਕਣੀਆਂ ਡਿੱਗੀਆਂ, ਤਿਲਕ ਕੇ ਜ਼ਮੀਨ ਤੇ ਡਿੱਗ ਪਈਆਂ। ਸਤਿਗੁਰੂ ਜਦੋਂ ਖੜੇ ਹੋਏ ਤੇ ਸਿੱਖ ਵੀ ਖਲੋ ਗਏ। ਤੇ ਪਰਾਂ ਇੱਕ ਹੋਰ ਘੜਾ ਪਿਆ ਸੀ ਟੁੱਟਾ, ਉਹਦੇ ਉੱਤੇ ਕਣੀ ਪੈਂਦੀ ਹੈ ਤੇ ਤਿਲਕ ਕੇ ਜ਼ਮੀਨ ਤੇ ਨਹੀਂ ਡਿੱਗਦੀ, ਉਹ ਕਣੀਆਂ ਸਿੱਧੀਆਂ ਉਸ ਘੜੇ ਦੇ ਵਿੱਚ ਸਮਾ ਜਾਂਦੀਆਂ। ਹਜ਼ੂਰ ਬੜੇ ਧਿਆਨ ਨਾਲ ਵਹਿੰਦੇ ਰਹੇ। ਸਿੱਖ ਕਹਿੰਦੇ ਮਹਾਰਾਜ ਇੱਥੇ ਕਿਉਂ ਖੜੇ ਹੋ? ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਦੇਣਾ। ਵੇਖੋ ਆ ਦੋ ਘੜੇ ਟੁੱਟੇ ਪਏ ਨੇ ਮਿੱਟੀ ਦੇ। ਮੀਂਹ ਦੋਵਾਂ ਤੇ ਇੱਕੋ ਜਿਹਾ ਪੈਂਦਾ ਹੈ, ਪਰ ਇੱਕ ਘੜੇ ਦੇ ਵਿੱਚ ਕਈ ਸਾਲ ਘਿਓ ਰਿਹਾ ਹੈ। ਇੱਕ ਘੜੇ ਨੇ ਘਿਓ ਦੀ ਸੰਗਤ ਕੀਤੀ ਹੈ, ਇੱਕ ਘੜਾ ਕੋਰਾ ਹੈ। ਮੀਂਹ ਦੋਵਾਂ ਤੇ ਇੱਕੋ ਜਿਹਾ ਪੈਂਦਾ ਹੈ। ਜਿਹੜਾ ਕੋਰਾ ਹੈ, ਮੀਂਹ ਦੀਆਂ ਕਣੀਆਂ ਉਹਦੇ ਵਿੱਚ ਵੜੀ ਜਾਂਦੀਆਂ ਨੇ, ਤੇ ਜਿਹਨੇ ਘਿਓ ਦੀ ਸੰਗਤ ਕੀਤੀ ਹੈ, ਮੀਂਹ ਉਹਨਾਂ ਤੇ ਵੀ ਪੈਂਦਾ ਹੈ, ਪਰ ਤਿਲਕ ਕੇ ਸਾਈਡ ਤੇ ਡਿੱਗ ਪੈਂਦਾ ਹੈ। ਕਹਿਣ ਲੱਗੇ ਮਹਾਰਾਜ ਸਮਝੇ ਨਹੀਂ। ਕਹਿਣ ਲੱਗੇ ਦੁੱਖ ਗੁਰਮੁਖ ਤੇ ਵੀ ਆਉਂਦਾ ਹੈ, ਦੁੱਖ ਮਨਮੁਖ ਤੇ ਵੀ ਆਉਂਦਾ ਹੈ। ਮਨਮੁਖ ਕੋਰੇ ਘੜੇ ਵਰਗਾ, ਉਹਦੇ ਅੰਦਰ ਵੜ ਜਾਂਦਾ ਦੁੱਖ। ਆਉਂਦਾ ਗੁਰਮੁਖ ਤੇ ਵੀ ਏ, ਉਹਦੇ ਅੰਦਰ ਗੁਰਬਾਣੀ ਦੀ ਥਿੰਦਾਈ ਹੁੰਦੀ ਹੈ, ਤਿਲਕ ਕੇ ਪਾਸੇ ਡਿੱਗ ਪੈਂਦਾ। ਉਹਦੇ ਅੰਦਰ ਨਹੀਂ ਜਾਂਦਾ। ਜੇ ਅੰਦਰ ਕੁਝ ਹੋਏਗਾ, ਸੱਚ ਜਾਣੂ ਅੰਦਰ ਹੋਵੇ, ਗੁਰੂ ਦਾ ਹੱਥ ਹੋਵੇ ਅੰਦਰ, ਤੇ ਜ਼ਰੂਰ ਇਹ ਵਰਤਦਾ। ਇਹ ਉਦਾਹਰਨ ਸਤਿਗੁਰੂ ਨੇ ਦਿੱਤੀ ਏ। ਇਹ ਸੰਸਾਰ ਤਪਦਾ ਕਿਹਨਾਂ ਨੂੰ ਲੱਗਦਾ ਹੈ? ਹਾੜ ਵਿੱਚ ਅਸ਼ਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨ੍ਹਾਂ ਪਾਸ। ਪਾਸ ਦੇ ਅਰਥ ਨੇ ਕੋਲ, ਨੇੜੇ ਨਹੀਂ ਜਿਨ੍ਹਾਂ ਨੂੰ ਜਾਪਦਾ। ਇਸ ਕਰਕੇ ਉਹਦੀ ਨੇੜਤਾ ਹਾਸਲ ਕਰਨੀ ਅਤ ਜ਼ਰੂਰੀ। ਕੱਲ ਦਾ ਆਪਣਾ ਸਾਰਾ ਵਿਸ਼ਾ ਸੀ ਕਿ ਜੁੜੀਏ ਕਿਵੇਂ, ਤੇ ਜੁੜਨ ਦਾ ਤਰੀਕਾ ਹੈ ਨੇੜੇ ਰਹਿਣਾ, ਉਹਨੂੰ ਨੇੜੇ ਜਾਣਨਾ, ਉਹਨੂੰ ਕੋਲ ਜਾਣਨਾ, ਉਹਨੂੰ ਨਾਲ ਸਮਝਣਾ। ਸਤਿਗੁਰੂ ਕਹਿੰਦੇ ਤਪੰਦਾ ਕਿਹਨਾਂ ਨੂੰ ਲੱਗਦਾ ਹੈ? ਸੰਸਾਰ ਤਪਦਾ ਕਿਹਨਾਂ ਨੂੰ ਪ੍ਰਤੀਤ ਹੁੰਦਾ ਹੈ? ਹਜ਼ੂਰ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗ ਜੀਵਨ, ਹੁਣ ਇੱਥੇ ਪ੍ਰਮਾਤਮਾ ਦਾ ਇੱਕ ਬੜਾ ਸੋਹਣਾ ਨਾਮ ਦਿੱਤਾ। ਸਤਿਗੁਰੂ ਬੜੇ ਪਿਆਰੇ ਸਿਧਾਂਤ ਦਿੰਦੇ ਨੇ। ਕਹਿੰਦੇ ਰੱਬ ਨੂੰ ਹੋਰ ਕਿਤੇ ਨਾ ਲੱਭਿਆ ਜੇ, ਪਰਮਾਤਮਾ ਨੂੰ ਕਿੱਥੋਂ ਲੱਭੋਗੇ? ਜਿੱਥੇ ਜਿੱਥੇ ਜੀਵਨ ਹੈ ਉੱਥੇ ਉਹ ਆਪ ਏ। ਉਹ ਆਪ ਹੀ ਤੇ ਜੀ ਰਿਹਾ ਸਾਰੇ ਜੀਆਂ ਦੇ ਵਿੱਚ। ਕੌਣ ਜਿਉਂਦਾ ਪਿਆ ਵਿੱਚ ਸਾਡੇ? ਜਿੰਦਾ ਕੌਣ ਹੈ? ਉਹ ਆਪ ਜਿੰਦਾ ਹੈ। ਸਰੀਰ ਜਿੰਦਾ ਨਹੀਂ, ਵਿੱਚ ਜੀ ਰਿਹਾ ਹੈ ਤੇ ਹੱਥ ਦੇ ਕੇ ਬਚਾ ਰਿਹਾ ਹੈ। ਉਹਦੇ ਕਰਕੇ ਸਰੀਰ ਦੇ ਸਾਰੇ ਅਸੀਂ ਭੋਗ ਭੋਗਨੇ ਆ। ਜਦੋਂ ਵਿੱਚੋਂ ਨਿਕਲ ਗਿਆ, ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ ਕਿ ਜਿਸ ਅਕਾਲ ਪੁਰਖ ਨੂੰ ਅਸੀਂ ਭੁਲਾਇਆ, ਜੇ ਸਰੀਰ ਦੇ ਵੀ ਰਸ ਲੈਂਦੇ ਹਾਂ ਤੇ ਜਿੰਨਾ ਚਿਰ ਉਹ ਸਾਡੇ ਸਰੀਰ ਵਿੱਚ ਹੈ, ਓਨਾ ਚਿਰ ਹੀ ਰਸ ਆਉਂਦੇ। ਤੁਸੀਂ ਕਦੀ ਵੇਖਣਾ ਇੱਕ ਬੰਦਾ ਰਸੀਆ ਅੱਖਾਂ ਨਾਲ ਨਾਟਕ ਵੇਂਦਾ ਹੈ, ਤੇ ਜਿੱਦਣ ਸਰੀਰ ਵਿੱਚੋਂ ਜੋਤ ਨਿਕਲ ਗਈ ਉਹਦੇ ਸਾਹਮਣੇ ਲਾ ਦਿਓ ਟੀਵੀ, ਉਹਨੂੰ ਕਹੋ ਵੇਖ ਨਾਟਕ। ਹੁਣ ਕਿਵੇਂ ਵੇਖੇਗਾ? ਵਿੱਚੋਂ ਜੋਤ ਨਿਕਲ ਗਈ, ਅੱਖਾਂ ਨੇ ਥੋੜ੍ਹੀ ਵੇਖਣਾ। ਅੱਖਾਂ ਤੇ ਫਿਰ ਵੀ ਉੱਥੇ ਹੀ ਨੇ, ਪਰ ਉਹ ਵੇਖ ਨਹੀਂ ਸਕਣਗੀਆਂ ਜਿੰਨਾ ਚਿਰ ਜੋਤ ਵਿੱਚ ਨਹੀਂ ਹੈ। ਜੋਤ ਹੀ ਸਭ ਕੁਝ ਵਰਤਦੀ ਏ। ਤੇ ਸਤਿਗੁਰੂ ਨੇ ਕਿਹਾ ਜੋਤ ਨੂੰ ਯਾਦ ਕਰ, ਜੋਤ ਜਗਾ ਤੇਰੇ ਵਿੱਚ ਬੁੱਝ ਚੁੱਕੀ ਹੈ। ਇਸ ਕਰਕੇ ਕਹਿੰਦੇ ਤੂੰ ਆਪਣੇ ਪਰਮਾਤਮਾ ਨੂੰ ਹੋਰ ਕਿਤੇ ਨਾ ਲੱਭੀ, ਤੂੰ ਆਪਣੇ ਜੀਵਨ ਵਿੱਚੋਂ ਉਹਨੂੰ ਵੇਖ, ਹੋਰ ਕਿਤੇ ਖੋਜਣ ਦੀ ਲੋੜ ਨਹੀਂ ਹੈ। ਸਭ ਤੋਂ ਨੇੜੇ ਥਾਂ ਤੂੰ ਹੀ ਤੇ ਉਹਦਾ ਕੇਂਦਰ ਹੈ। ਹੋਰ ਕੌਣ ਹੈ? ਤੇਰੇ ਵਿੱਚ ਕੌਣ ਬੋਲ ਰਿਹਾ ਹੈ? ਕੌਣ ਤੈਨੂੰ ਚਲਾ ਰਿਹਾ ਹੈ? ਤੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਪਰ ਮਨੁੱਖ ਨੇ ਕੀ ਕੀਤਾ? ਜਗ ਜੀਵਨ ਪੁਰਖ ਤਿਆਗ ਕੈ, ਐਸੇ ਵਾਹਿਗੁਰੂ ਨੂੰ ਤਿਆਗ ਦਿੱਤਾ। ਸੰਸਾਰ ਦੇ ਥੋੜ ਚਿਰੇ ਰਸਾਂ ਵਾਸਤੇ ਛੱਡ ਦਿੱਤਾ। ਮਾਨਸ ਸੰਧੀ ਆਸ, ਤੇ ਮਾਨਸ ਦਾ ਅਰਥ ਹੈ ਮਨੁੱਖ,
ਮਨੁੱਖਾਂ ਦੀ ਆਸ ਕੀਤੀ, ਪਰਮਾਤਮਾ ਨੂੰ ਭੁਲਾ ਦਿੱਤਾ। ਸੰਸਾਰ ਦੇ ਪਦਾਰਥਾਂ ਦੀ ਆਸ ਕਰਦੇ ਰਹੇ, ਪਰਮਾਤਮਾ ਨੂੰ ਭੁਲਾ ਦਿੱਤਾ। ਇਹਦੇ ਵਿੱਚ ਕੀ ਪ੍ਰਾਪਤ ਹੋਇਆ? ਹਜੂਰ ਕਹਿੰਦੇ ਦੁਐ ਭਾਏ ਵੇਗੁਚੀਐ। ਵੇਗੁਚੀਐ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਏਗਾ। ਵੇਗੁਚੀਐ ਦਾ ਅਰਥ ਹੈ ਖੁਆਰ ਹੋ ਜਾਣਾ। ਵਿਗੁਚੀਐ ਦਾ ਅਰਥ ਹੈ ਤੁਰੀ ਜਾਣਾ, ਥੱਕ ਜਾਣਾ ਤੇ ਪਹੁੰਚਣਾ ਕਿਤੇ ਵੀ ਨਾ। ਹਜੂਰ ਕਹਿੰਦੇ ਨੇ ਦੁਐ ਦਾ ਅਰਥ ਹੈ ਦੁਐਤ, ਮਨ ਦੇ ਦੋ ਹਿੱਸੇ। ਸਤਿਗੁਰੂ ਨੇ ਮਨ ਦੇ ਸਾਬਤ ਹੋਣ ਤੇ ਬੜਾ ਜ਼ੋਰ ਦਿੱਤਾ ਜੀ। ਮੈਂ ਇੱਕ ਦਿਨ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਨੀਅਤ ਬਾਰੇ, ਤੇ ਉਹ ਸ਼ਬਦ ਸਾਹਮਣੇ ਆ ਗਿਆ। ਥੋੜਾ ਜਿਹਾ ਮੈਂ ਕਹਿ ਦਿਆਂ ਨੀਅਤ ਕੀ ਹੈ। ਮੈਂ ਬੇਨਤੀ ਕਰਾਂ, ਸਿੱਖ ਦੇ ਕੋਲ ਕੋਈ ਗੁਣ ਨਾ ਹੋਵੇ, ਨਾ ਜਪੀਏ ਨਾ ਤਪੀਏ, ਹੋਰ ਵੀ ਔਗੁਣ ਹੈ ਨੇ ਛੋਟੇ ਛੋਟੇ, ਝੂਠ ਵੀ ਬੋਲ ਲੈਂਦਾ, ਕਈ ਕੁਝ ਹੈ, ਪਰ ਸਾਧ ਸੰਗਤ ਜੀ ਉਸ ਬੰਦੇ ਵਿੱਚ ਨੀਅਤ ਉਹਦੀ ਹੈ। ਨੀਅਤ ਦਾ ਅਰਥ ਹੈ ਮਨ ਸਾਬਤ ਹੈ। ਮਨ ਸਾਬਤ ਹੈ ਵੀ ਠੀਕ ਹੈ, ਗੁਰੂ ਨੇ ਹੁਕਮ ਦਿੱਤਾ ਮੈਂ ਕਮਾਉਣਾ ਹੈ। ਮਨ ਸਾਬਤ ਹੈ, ਨੀਅਤ ਲੈ ਕੇ ਤੁਰਿਆ, ਭਾਵੇਂ ਪਾਪਾਂ ਦਾ ਭਰਿਆ, ਗੁਰੂ ਸਭ ਤੋਂ ਪਹਿਲਾਂ ਉਹਦਾ ਨੰਬਰ ਲਾਏਗਾ ਜਿਹਦੀ ਨੀਅਤ ਸਾਫ਼ ਹੈ। ਤੇ ਜੇ ਸਾਡੀ ਨੀਅਤ ਵਿੱਚ ਫਰਕ ਹੈ ਨਾ, ਦੁਬਦਾ ਵੀ ਵੇਖਾਂਗੇ, ਜੇ ਹੋ ਗਿਆ ਤੇ ਹੋ ਗਿਆ, ਨਹੀਂ ਤੇ ਨਾ ਸਹੀ ਕਰ ਦਿੱਤਾ ਗੁਰੂ ਨੇ ਤੇ ਸਿੱਖੀ ਕਮਾ ਲਾਂਗੇ, ਨਹੀਂ ਤੇ ਵੇਖ ਲਾਂਗੇ। ਫਿਰ ਭਾਵੇਂ ਕਿੰਨੇ ਜਪ ਤਪ ਕਰੀਏ, ਫਿਰ ਗੁਰੂ ਬਾਂਹ ਨਹੀਂ ਜੇ ਫੜਦਾ। ਮੈਂ ਇੱਕ ਸਿੱਖ ਦੀ ਉਦਾਹਰਨ ਦੇ ਦੇਣਾ, ਜਿਹੜਾ ਕਈ ਸਾਲ ਕਤਲ ਕਰਦਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਦੇ ਟਾਈਮ। ਇਲਾਕੇ ਦਾ ਮੰਨਿਆ ਸੀ ਉਹ ਕਾਤਲ, ਡਾਕੂ, ਕੁਹਾੜਾ ਮੋਢੇ ਤੇ ਰੱਖਦਾ ਸੀ। ਤੇ ਗੁਰੂ ਅਰਜਨ ਦੇਵ ਜੀ ਸੇਵਾ ਕਰਾ ਰਹੇ ਨੇ ਅੰਮ੍ਰਿਤਸਰ, ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਲਿਆਣਾ ਲੱਕੜਾਂ ਲੈਣ ਜਾਂਦਾ ਸੀ ਜੰਗਲ ਵਿੱਚ। ਉੱਥੇ ਘੜੀ ਇੱਕ ਰੁੱਖ ਥੱਲੇ ਬਹਿ ਕੇ ਬਾਣੀ ਪੜ੍ਹਦਾ ਸੀ। ਇਹ ਡਾਕੂ ਸੀ ਤੇ ਜੰਗਲ ਵਿੱਚੋਂ ਲੰਘ ਰਿਹਾ ਸੀ, ਤੇ ਭਾਈ ਕਲਿਆਣਾ ਜਪਜੀ ਸਾਹਿਬ ਪੜ੍ਹ ਰਿਹਾ ਸੀ ਬਹਿ ਕੇ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਨਾ, ਸਿੱਖ ਦੀ ਜੁੜੇ ਹੋਏ ਦਾ ਪ੍ਰਭਾਵ ਪੈਂਦਾ ਹੈ। ਤੇ ਜਦੋਂ ਕੋਲੋਂ ਲੰਘਿਆ ਨਾ, ਇਹਦੀ ਆਦਤ ਸੀ ਜਿਹੜਾ ਬੰਦਾ ਮਿਲਿਆ ਉਹਦਾ ਗਲਾ ਕੱਟ ਦਿੱਤਾ ਤੇ ਕੱਪੜੇ ਲਾ ਲਏ, ਉਹਦੀ ਜੇਬ ਫੋਲ। ਲੱਖੂ ਡਾਕੂ ਇਹਦਾ ਨਾਂ ਸੀ। ਜਦੋਂ ਲੰਘਿਆ ਨਾ, ਉਹਨੇ ਵੇਖਿਆ ਇੱਕ ਆਦਮੀ ਰੁੱਖ ਥੱਲੇ ਬੈਠਾ ਹੈ, ਚੌਂਕੜਾ ਮਾਰਿਆ ਤੇ ਕੁਝ ਪੜ੍ਹੀ ਜਾਂਦਾ। ਇਹਨੇ ਮਨ ਬਣਾਇਆ ਵੀ ਇਹਨੂੰ ਕਤਲ ਕਰ ਦਈਏ, ਕਿਉਂਕਿ ਕਤਲ ਕਰਨਾ ਉਹਦੇ ਵਾਸਤੇ ਖੇਡ ਸੀ। ਜਦੋਂ ਕੁਹਾੜਾ ਲੈ ਕੇ ਨੇੜੇ ਗਿਆ ਨਾ, ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਏ, ਇਹ ਆਦਮੀ ਮਾਰਨ ਵਾਲਾ ਨਹੀਂ ਹੈ, ਇਹ ਜਿੰਦਾ ਰਹਿਣਾ ਚਾਹੀਦਾ ਹੈ, ਇਹ ਮਾਰਨ ਵਾਲਾ ਨਹੀਂ। ਕੁਹਾੜੇ ਤੋਂ ਹੱਥ ਢਿੱਲੇ ਪੈ ਗਏ। ਇੰਨੇ ਚਿਰ ਨੂੰ ਅੱਗੋਂ ਆਵਾਜ਼ ਆਈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਲੱਖੂ ਦੇ ਮਨ ਨੂੰ ਉਸ ਸ਼ਬਦ ਨੇ ਫੜ ਲਿਆ, ਕਿਉਂਕਿ ਕਮਾਈ ਵਾਲੇ ਗਲੇ ਦੇ ਵਿੱਚੋਂ ਦੀ ਆ ਰਿਹਾ ਸੀ। ਸ਼ਬਦ ਉਹੀ ਸਨ ਜਿਹੜੇ ਅਸੀਂ ਪੜ੍ਹਦੇ। ਲੱਖੂ ਕੁਹਾੜਾ ਰੱਖ ਕੇ ਸੋਚਣ ਲੱਗ ਪਿਆ, ਆਦਮੀ ਕੌਣ ਹੈ ਜਿਹਨੂੰ ਵੇਖ ਕੇ ਅੱਜ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਖਿਆਲ ਪਲਟਿਆ ਵੀ ਨਹੀਂ ਮਾਰਨਾ। ਭਾਈ ਕਲਿਆਣੇ ਕੋਲ ਬਹਿ ਗਿਆ, ਬਾਣੀ ਪੜ੍ਹੀ, ਤੇ ਜਦੋਂ ਭੋਗ ਪਿਆ, ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਤੇ ਸਿੱਖ ਨੇ ਅੱਖ ਖੋਲ ਕੇ ਭਰ ਕੇ ਅੱਖ ਲੱਖੂ ਵੱਲ ਵੇਖਿਆ, ਜ਼ਿੰਦਗੀ ਦੇ ਬਹੁਤ ਸਾਰੇ ਨੁਕਸ ਖਤਮ ਕਰਕੇ ਰੱਖਦੇ। ਜਦੋਂ ਵੇਖਿਆ ਨਾ, ਤੇ ਭਾਈ ਲੱਖੂ, ਭਾਈ ਕਲਿਆਣੇ ਨੂੰ ਪਤਾ ਸੀ ਵੀ ਇਹ ਲੱਖੂ ਹੈ, ਮਸ਼ਹੂਰ ਬੜਾ ਸੀ। ਉਹਨੇ ਕਿਹਾ ਵੀ ਅੱਜ ਆ ਗਿਆ, ਵੇਖੋ ਕੀ ਬਣਦਾ। ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੈਂ ਲੱਖੂ ਡਾਕੂ। ਇੱਥੇ ਕੀ ਕਰਨਾ ਹੈ? ਤੇ ਲੱਖੂ ਕਹਿੰਦਾ ਜਿਹੜੀ ਗੱਲ ਤੂੰ ਪਹਿਲਾਂ ਇੱਕ ਵਾਰੀ ਬੋਲ ਰਿਹਾ ਸੀ, ਉਹਨੂੰ ਨਹੀਂ ਸੀ ਪਤਾ ਬਾਣੀ ਪੜ੍ਹਦਾ। ਆ ਪੜ੍ਹ ਕੇ ਸੁਣਾਈ ਜਿਹਦੇ ਵਿੱਚ ਤੂੰ ਬੋਲਦਾ ਸੀ ਵੀ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ। ਇੱਕ ਵਾਰੀ ਫਿਰ ਸੁਣਾਈ। ਉਹਨੇ ਕਿਹਾ ਤੈਨੂੰ ਇਹਦੇ ਵਿੱਚੋਂ ਕੀ ਮਿਲਿਆ? ਕਹਿੰਦੇ ਅੱਜ ਠੰਡ ਪਈ ਹੈ, ਮੇਰੇ ਮਨ ਨੂੰ ਅੰਦਰ ਭਾਂਬੜ ਮੱਚਦੇ ਸੀ। ਉਹ ਜੁੜੇ ਹੋਏ ਦੇ ਸ਼ਬਦ ਸਨ। ਲੱਖੂ ਨੂੰ ਬਦਲ ਕੇ ਰੱਖ ਦਿੱਤਾ। ਇਹਨੂੰ ਕਿਹਾ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਟਾਈਮ ਨਹੀਂ ਲੱਗਦਾ ਉੱਥੇ।
ਪਰ ਉਸ ਲਖੂ ਵਿੱਚ ਇੱਕ ਗੁਣ ਸੀ ਜਿਹੜਾ ਮੈਂ ਤੁਹਾਡੇ ਨਾਲ ਅੱਗੇ ਸਾਂਝਾ ਕਰਾਂਗਾ। ਉਹ ਸੀ ਨੀਅਤ ਉਹਦੇ ਵਿੱਚ, ਵੀ ਜਿੱਧਰ ਤੁਰਿਆ ਪੂਰੀ ਤਰ੍ਹਾਂ ਤੁਰਿਆ। ਉਹਨੇ ਕਿਹਾ ਚੱਲ ਤੈਨੂੰ ਮੈਂ ਗੁਰੂ ਅਰਜਨ ਦੇਵ ਜੀ ਕੋਲ ਲੈ ਜਾ। ਗੁਰੂ ਅਰਜਨ ਦੇਵ ਜੀ ਦੇ ਕੋਲ ਲੈ ਕੇ ਗਏ। ਲਖੂ ਉਸੇ ਤਰ੍ਹਾਂ ਹੀ ਨਾਲ ਗੰਡਾਸੀ ਵੀ ਚੁੱਕੀ ਫਿਰੇ। ਜਦੋਂ ਗਏ ਨਾ ਤੇ ਕਦੀ ਗੁਰਦੁਆਰੇ ਤੇ ਆਏ ਨਹੀਂ ਸੀ, ਗੁਰੂ ਕੋਲ ਆਏ ਨਹੀਂ ਸੀ, ਨਾ ਜਾਜ ਸੀ ਵੀ ਬਾਹਰੋਂ ਗੁਰੂਆਂ ਵਿੱਚ ਝੁਕੀਦਾ ਹੈ, ਅੱਗੇ ਮੱਥਾ ਟੇਕੀਦਾ, ਸਿੱਧਾ ਹੀ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਜਾ ਕੇ ਖਲੋ ਗਿਆ ਸਿੱਧਾ। ਵੇਖੋ ਗੁਰੂ ਕਿਹਨੂੰ ਪਸੰਦ ਕਰਦਾ। ਠੀਕ ਹੈ, ਮਰਿਆਦਾ ਚੰਗੀਆਂ ਨੇ ਝੁਕਣਾ, ਪਰ ਮਨੁੱਖ ਦੇ ਅੰਦਰ ਇੱਕ ਸ਼ਕਤੀ ਹੈ ਜਿਸ ਨੂੰ ਨੀਅਤ ਕਹਿੰਦੇ ਨੇ। ਜੇ ਉਹ ਪੂਰੀ ਤਰ੍ਹਾਂ ਸਟਰੋਂਗ ਹੋ ਕੇ ਇੱਕ ਸਾਈਡ ਵੱਲ ਸਫ਼ਰ ਕਰਨਾ ਸ਼ੁਰੂ ਕਰਦਾ ਹੈ, ਦੁਨੀਆ ਦੀ ਕੋਈ ਮੰਜ਼ਿਲ ਨਹੀਂ ਜਿਸ ਦੀ ਫਤਿਹ ਉਹਦੇ ਹੱਥ ਵਿੱਚ ਨਹੀਂ ਆ ਸਕਦੀ, ਪ੍ਰਾਪਤ ਕਰ ਸਕਦਾ ਸਭ ਕੁਝ। ਪਰ ਉਹਦੇ ਵਿੱਚ ਕਈ ਤਰੇੜਾਂ ਰਹਿੰਦੀਆਂ। ਲਖੂ ਸਾਹਮਣੇ ਖੜਾ ਹੈ, ਭਾਈ ਕਲਿਆਣਾ ਗੁਰੂ ਅਰਜਨ ਦੇਵ ਜੀ ਨੂੰ ਹੱਥ ਜੋੜਦਾ ਤੇ ਸਤਿਗੁਰੂ ਬੜੇ ਪਿਆਰ ਨਾਲ ਉਸ ਲਖੂ ਵੱਲ ਵੇਖੀ ਜਾਂਦੇ ਨੇ। ਹਜ਼ੂਰ ਕਹਿੰਦੇ, ਕਲਿਆਣਿਆ ਇਹਨੂੰ ਕਿੱਥੋਂ ਲੈ ਕੇ ਆਏ, ਕੌਣ ਹੈ? ਕਹਿਣ ਲੱਗਾ, ਮਹਾਰਾਜ ਇਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ, ਇਹਦੇ ਤੇ ਕਿਰਪਾ ਕਰੋ। ਹਜ਼ੂਰ ਨੇ ਪੁੱਛਿਆ, ਤੂੰ ਕੌਣ ਹੈ? ਕਹਿਣ ਲੱਗਾ, ਮੈਂ ਲਖੂ ਡਾਕੂ ਹਾਂ। ਸਿੱਧਾ ਕਹਿ ਦਿੱਤਾ। ਦੋ ਹੀ ਸ਼ਬਦ ਸਤਿਗੁਰੂ ਨੇ ਪੁੱਛੇ ਸਨ। ਪਹਿਲਾ ਪੁੱਛਿਆ ਸੀ, ਲਖੂ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੀ? ਕਹਿਣ ਲੱਗਾ, ਠਹਿਰ ਜਾਓ ਮੈਂ ਚੰਗੀ ਤਰ੍ਹਾਂ ਵੇਖ ਲਵਾਂ। ਯਾਦ ਕੀਤਾ? ਕਹਿਣ ਲੱਗਾ, ਨਹੀਂ ਕੋਈ ਚੰਗਾ ਕੰਮ ਨਹੀਂ ਕੀਤਾ, ਇੱਕ ਵੀ ਚੰਗਾ ਨਹੀਂ ਕੀਤਾ। 50% ਗੁਰੂ ਦੀ ਮਿਹਰ ਤੇ ਤਰਸ ਉਸੇ ਵੇਲੇ ਖੜੀ ਹੋ ਗਈ ਉਹਨੂੰ ਘੇਰਨ ਵਾਸਤੇ, ਉਹਨੂੰ ਦਾਤ ਦੇਣ ਵਾਸਤੇ। ਕਿਉਂਕਿ ਬੰਦਾ ਇਹ ਕਿੱਥੇ ਮੰਨਦਾ ਮੈਂ ਚੰਗਾ ਨਹੀਂ ਕੀਤਾ? ਕੁਝ ਵੀ ਨਾ ਕੀਤਾ ਹੋਵੇ, ਕਿਤੇ ਨਾ ਗਿਆ ਹੋਵੇ, ਕਹੇਗਾ ਜੀ ਰਾਜ ਨਗਰ ਕੀਰਤਨ ਆਉਂਦਾ ਸੀ, 10 ਰੁਪਏ ਮੱਥਾ ਟੇਕਿਆ ਸੀ ਲੰਘਦੇ ਗੱਡੀ ਤੋਂ, ਚੰਗਾ ਕੀਤਾ ਹੀ ਹੈ ਨਾ। ਇਹ ਨਹੀਂ ਦੱਸੇਗਾ ਵੀ ਸਾਰੀ ਉਮਰ ਲੱਖਾਂ ਜੇਬਾਂ ਕੱਟੀਆਂ ਨੇ ਲੋਕਾਂ ਦੀਆਂ, ਉਹ ਲੁਕਾ ਲਏਗਾ। ਚੰਗਾ ਦੱਸੇਗਾ ਵਿੱਚੋਂ ਚੁਣ। ਆਹ ਗੁਰਦੁਆਰੇ ਆਹ ਕਰਾਇਆ ਜੀ, ਉਹ ਕਰਾਇਆ, ਸ਼ਬੀਲ ਲਾਈ ਸੀ, ਚੰਗੇ ਗਿਣ ਕੇ ਦੱਸ ਦੇਗਾ, ਲਿਸਟ ਬਣਾਇਆ। ਪਹਿਲਾ ਆਦਮੀ ਜਿਹਨੇ ਕਿਹਾ ਮੈਂ ਚੰਗਾ ਨਹੀਂ ਕੀਤਾ, ਗੁਰੂ ਅਰਜਨ ਦੇਵ ਜੀ ਉਹਦੇ ਵੱਲ ਧਿਆਨ ਲਾ ਕੇ ਬੈਠ ਤੇ ਪਰਤ ਕੇ ਕਿਹਾ, ਲਖੂ ਮਾੜਾ ਵੀ ਕੀਤਾ ਹੀ ਕਿ ਨਹੀਂ? ਜਵਾਬ ਮਿਲਿਆ, ਮਹਾਰਾਜ ਮਾੜੇ ਇੰਨੇ ਕੀਤੇ ਨੇ ਮੈਂ ਗਿਣ ਨਹੀਂ ਸਕਦਾ, ਮੈਂ ਦੁਨੀਆ ਦਾ ਮਾੜਾ ਕੰਮ ਕੁਛ ਛੱਡਿਆ ਨਹੀਂ। ਇਹ ਦੋ ਹੀ ਤੇ ਸ਼ਬਦ ਨੇ ਜਿਹਦੇ ਵਿੱਚ ਸਿੱਖੀ ਸਮੋਈ ਪਈ ਹੈ। ਇਹ ਜਵਾਬ ਸਿੱਖ ਦੇ ਨੇ, ਇਹ ਸੰਪੂਰਨ ਨੀਅਤਵਾਨ ਮਨੁੱਖ ਦੇ ਜਵਾਬ ਹਨ, ਜਿਹਦੀ ਨੀਅਤ ਵਿੱਚ ਬਿਲਕੁਲ ਵੀ ਤਰੇੜ ਨਹੀਂ। ਗੁਰੂ ਨੂੰ ਪਾਪਾਂ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਤੋਂ ਚੱਕਰ ਵਿੱਚ ਨਾ ਪੈਣਾ। ਕਿੰਨੇ ਪਾਪ ਕਰਕੇ ਆਇਆ? ਪਾਪ ਦਾ ਅਰਥ ਕੀ ਹੈ? ਪਾਪ ਪੁੰਨ ਕੀ ਸਾਰ ਨਾ ਜਾਣਾ। ਭੂਲਾ ਫਿਰੈ ਅਜਾਈ। ਪਾਪ ਦੇ ਅਰਥ ਨੇ ਗੁਰੂ ਦੇ ਨਾਲ ਰਾਜੀ ਨਾ ਹੋਣਾ, ਗੁਰੂ ਦੇ ਅੱਗੇ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਯਤਨ ਕਰਨਾ। ਇਹਦੇ ਤੋਂ ਵੱਡਾ ਹੋਰ ਪਾਪ ਕਿਹੜਾ ਹੈ? ਆਪਣੀ ਹੋਂਦ ਨੂੰ ਸਟਰੋਂਗ ਕਰਨਾ ਗੁਰੂ ਦੇ ਸਾਹਮਣੇ, ਇਹਦੇ ਤੋਂ ਵੱਡਾ ਪਾਪ ਕਿਹੜਾ? ਤੇ ਆਪਣੀ ਹੋਂਦ ਨੂੰ ਜ਼ੀਰੋ ਕਰ ਦੇਣਾ, ਇਹਦੇ ਨਾਲ ਦਾ ਪੁੰਨ ਕਿਹੜਾ ਹੋ? ਗੁਰੂ ਅਰਜਨ ਦੇਵ ਜੀ ਉੱਠ ਪਏ, ਉੱਠ ਕੇ ਬਾਂਹ ਫੜੀ ਤੇ ਬਾਂਹ ਫੜ ਕੇ ਇੱਕ ਵਾਰੀ ਖਿੱਚਿਆ, ਕਹਿਣ ਲੱਗੇ, ਆ ਲਖੂ। ਤੇ ਦੋ ਸ਼ਬਦ ਕਹੇ ਸਨ, ਗੁਰੂ ਨਾਨਕ ਭਲਾ ਕਰੇ। ਨਾਲ ਹੀ ਲਖੂ ਦਾ ਜੀਵਨ ਪਲਟ ਕੇ ਰੱਖ ਦਿੱਤਾ। ਉਹ ਪ੍ਰਤੀਤੀ ਅੰਦਰ ਆ ਗਈ ਜਿਹੜੀ ਕਈ ਸਾਲਾਂ ਦੀ ਕਮਾਈ ਤੋਂ ਬਾਅਦ ਨਹੀਂ ਆਉਂਦੀ। ਕਿਹੜੀ ਦਾਤ ਸੀ ਜਿਹੜੀ ਥੋੜ੍ਹੇ ਸਮੇਂ ਵਿੱਚ ਉਹਨੂੰ ਮਾਨਸ ਤੋਂ ਦੇਵਤਾ ਬਣਾ ਗਈ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਅਸੀਂ ਕਹਿੰਦੇ ਹਾਂ ਜੀ ਦੇਰ ਕੋਈ ਨਹੀਂ ਲੱਗਦੀ ਗੁਰੂ ਕੋਲ, ਪਾਠ ਕਰਨ ਦੀ ਲੋੜ ਹੀ ਕੋਈ ਨਹੀਂ। ਜੇ ਦੇਰ ਕਿਹੜਾ ਲੱਗਣੀ, ਗੁਰੂ ਸਾਹਿਬ ਨੇ ਕਿਹਾ ਦੇਵਤੇ ਬਣਾ ਦਿੰਦਾ ਜੇ ਮਿੰਟ ਵਿੱਚ। ਯਾਦ ਰੱਖੀਏ, ਪਹਿਲਾਂ ਬੰਦੇ ਬਣੀਏ ਫਿਰ ਦੇਵਤੇ ਬਣਾਏਗਾ। ਮਾਨਸ ਤੋਂ ਦੇਵਤੇ ਬਣੇ ਨਾ, ਭ੍ਰਿਸ਼ਟ ਲੋਕਾਂ ਤੋਂ ਦੇਵਤੇ ਥੋੜ੍ਹੀ ਬਣੇ ਨੇ। ਮਾਨਸ ਤੇ ਦੇਵਤੇ ਕੀ ਨੇ ਕਿਹਾ ਨਾ, ਮਾਨਸ। ਅਜੇ ਆਪਾਂ ਮਾਨਸ ਨਹੀਂ ਬਣੇ, ਅਜੇ ਤੇ ਆਪਾਂ ਮਨੁੱਖ ਵੀ ਨਹੀਂ ਬਣੇ। ਮਨੁੱਖ ਬਣੇ ਫਿਰ ਦੇਵਤੇ ਬਣਾਏ। ਸਤਿਗੁਰੂ ਨੇ ਭਰ ਦਿੱਤਾ ਅੰਦਰ ਉਹ ਦਾਤ, ਬ੍ਰਹਮ ਗਿਆਨੀ ਬਣਾ ਦਿੱਤਾ, ਉਸ ਬਖਸ਼ਿਸ਼ ਕਰ ਦਿੱਤੀ। ਇਹਦੇ ਕੋਲ ਕੀ ਸੀ?
ਇਹਦੇ ਕੋਲ ਇੱਕੋ ਹੀ ਚੀਜ਼ ਸੀ, ਸੰਪੂਰਨ ਨੀਅਤ। ਸੰਪੂਰਨ ਨੀਅਤ ਦਾ ਭਾਵ ਕੀ ਹੈ? ਜਦੋਂ ਕਤਲ ਕਰਦਾ ਸੀ ਤੇ ਸਿੱਧਾ ਹੋ ਕੇ ਕਰਦਾ ਸੀ, ਮੰਨਦਾ ਸੀ ਮੈਂ ਕਰਨਾ। ਤੇ ਜਿੱਦਣ ਗੁਰੂ ਨੂੰ ਸਮਰਪਿਤ ਹੋਣ ਲੱਗਾ, ਝੂਠ ਨਹੀਂ ਬੋਲਿਆ। ਉਦਣ ਕਹਿ ਦਿੱਤਾ ਗੁਰੂ ਅਰਜਨ ਦੇਵ, ਅੱਜ ਤੋਂ ਤੇਰਾ ਵਾਂ, ਜਿੱਧਰ ਲਾਏਗਾ ਪੂਰੀ ਜ਼ਿੰਦਗੀ ਲਾ ਦਿਆਂ। ਪਰਤ ਕੇ ਸਲਾਹ ਨਹੀਂ ਕਰਨ ਗਿਆ, ਸੋਚਿਆ ਨਹੀਂ, ਪਰਤ ਕੇ ਵੇਖਿਆ ਨਹੀਂ, ਤੋਲਿਆ ਨਹੀਂ ਵੀ ਕਰਨਾ ਹੈ ਕਿ ਨਹੀਂ, ਵੇਖਾਂਗੇ ਜੀ, ਕਰਾਂਗੇ ਜੀ, ਹੋਵੇਗਾ ਕਿ ਨਾ ਹੋਵੇਗਾ, ਇਹ ਨਹੀਂ। ਉੱਥੇ ਉਹਨੇ ਕਿਹਾ ਅੱਜ ਤੋਂ ਲੱਖੂ ਹੈ ਹੀ ਨਹੀਂ ਇਸ ਧਰਤੀ ਤੇ। ਇਹ ਗੁਰੂ ਅਰਜਨ ਦੇਵ ਦਾ ਇੱਕ ਅੰਗ ਹੈ, ਇੱਕ ਯੰਤਰ ਹੈ, ਇਹਨੂੰ ਰੱਖਣਾ ਰੱਖ ਲੈ, ਤੋੜਨਾ ਤੋੜ ਲੈ, ਜਿੱਧਰ ਮਰਜ਼ੀ ਵਰਤ ਲੈ। ਉਹ ਹੈ ਸੰਪੂਰਨ ਨੀਅਤ। ਉਹਨੂੰ ਕਹਿੰਦੇ ਨੇ ਦੁਬਦਾ ਦਾ ਸੰਪੂਰਨ ਵਿਨਾਸ਼ ਤੇ ਸਿੱਖੀ ਦਾ ਜਨਮ। ਇੱਥੇ ਕਹਿੰਦੇ ਨੇ ਦੋਏ ਭਾਏ ਬੇਗੁੱਚੀਐ। ਦੁਬਦਾ ਦੀ ਭਾਵਨਾ ਮਨੁੱਖ ਨੂੰ ਖੁਆਰ ਹੀ ਕਰਦੀ ਰਹਿੰਦੀ, ਕਿਉਂਕਿ ਉਹ ਹਿਰਸ, ਲੋਭ ਅਤੇ ਮਨ ਦੀ ਭਟਕਣਾ ਤੇ ਡਰਾਂ ਦੇ ਤਹਿਤ ਕਦੀ ਜ਼ਿੰਦਗੀ ਦਾ ਫੈਸਲਾ ਨਹੀਂ ਲੈ ਸਕਦਾ, ਔਰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਖੁਆਰੀ ਵਿੱਚ ਗੁਜ਼ਰ ਜਾਂਦੀ ਹੈ। ਦੋਏ ਭਾਏ ਬੇਗੁੱਚੀਐ, ਫਿਰ ਕੀ ਹੁੰਦਾ ਹੈ? ਗਲ ਪਈ ਸੋ ਜਮ ਕੀ ਫਾਸ। ਇਸ ਤਰ੍ਹਾਂ ਦਵੈਤ ਵਿੱਚ ਜਮਾਂ ਦੀ ਫਾਸ ਗਲੇ ਵਿੱਚ ਪੈ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਿਹਾ ਬੀਜੈ ਸੋ ਲੈਣਾ। ਹੁਣ ਅਖਰੀ ਅਰਥ ਨੇ, ਆਪ ਜੀ ਨੇ ਸੁਣ ਕੇ ਜਾਣਾ ਹੁਣ ਜ਼ਰੂਰ। ਸਾਰੀ ਸ਼ਬਦ ਦਾ ਕੇਂਦਰ ਇੱਥੇ ਹੈ। ਇਹ ਵਿੱਚ ਰਹਿ ਗਿਆ ਤੇ ਬਾਕੀ ਸੁਣਿਆ ਕਿਸੇ ਕੰਮ ਨਹੀਂ ਜੇ ਆਉਣਾ। ਦੋਏ ਭਾਏ ਬੇਗੁੱਚੀਐ, ਗਲ ਪਈ ਸੋ ਜਮ ਕੀ ਫਾਸ। ਕਹਿੰਦੇ ਜਿਹਾ ਬੀਜੈ ਸੋ ਲੁਣੈ। ਜੀਵਨ ਇੱਕ ਧਰਤੀ ਹੈ, ਇਹਦੇ ਵਿੱਚ ਜੇ ਕਿੱਕਰ ਬੀਜਾਂਗੇ ਤੇ ਕਿੱਕਰ ਨੇ ਉਗਣਾ, ਜੇ ਗੁਲਾਬ ਬੀਜਾਂਗੇ ਗੁਲਾਬ ਨੇ ਉਗਣਾ ਹੈ। ਜੀਵਨ ਦਾ ਅਰਥ ਹੈ ਜੋ ਚਾਹੀਦਾ ਉਹ ਦਿਓ। ਅਸੀਂ ਕਹਿੰਦੇ ਹਾਂ ਜੋ ਚਾਹੀਦਾ ਉਹ ਖੋਵੋ, ਗਲਤ ਹੈ। ਅਸੀਂ ਇਹ ਸਿੱਖਿਆ ਸੰਸਾਰ ਵਿੱਚੋਂ, ਜੋ ਚਾਹੀਦਾ ਦੂਜਿਆਂ ਦਾ ਖੋਹ ਕੇ ਲਿਆਓ ਧੋਖੇ ਨਾਲ, ਗਲਤ ਹੈ। ਹਜ਼ੂਰ ਕਹਿੰਦੇ ਜੋ ਕੁਝ ਚਾਹੀਦਾ ਉਹ ਵੰਡ, ਉਹ ਦੇ, ਤੈਨੂੰ ਵਾਪਸ ਮਿਲ ਜਾਏਗਾ ਕਈ ਗੁਣ। ਜਿਹਾ ਬੀਜੈ, ਤੇ ਕੀ ਬੀਜਣਾ? ਅਬ ਕਲੂ ਆਇਓ ਰੇ, ਇੱਕ ਨਾਮ ਬੋ ਬੋ ਬੋ। ਇਸ ਮਨ ਰੂਪੀ ਧਰਤੀ ਵਿੱਚ ਨਾਮ ਬੀਜ ਕਈ ਗੁਣਾ ਵੱਧ ਜਾਏਗਾ। ਕਹਿੰਦੇ ਜਿਹਾ ਬੀਜਾ ਸੋ ਲੁਣੈ। ਲੁਣੈ ਦਾ ਅਰਥ ਉਹ ਵੱਢਣਾ ਪੈਂਦਾ। ਮੱਥਾ ਜੋ ਲਿਖਿਆਸ, ਜਿਹੜਾ ਕਰਮ ਕਰੀਦਾ ਉਹ ਨਾਲ ਮਸਤਕ ਤੇ ਅੰਕਿਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਰੈਣ ਵਿਹਾਣੀ। ਰੈਣ ਦਾ ਅਰਥ ਹੈ ਰਾਤ, ਜ਼ਿੰਦਗੀ ਰੂਪੀ ਰਾਤ ਇਸੇ ਤਰ੍ਹਾਂ ਦੁਬਦਾ ਦੇ ਵਿੱਚ ਬੀਤ ਗਈ। ਰੈਣ ਵਿਹਾਣੀ ਪਛਤਾਣੀ, ਪਛਤਾਵਾ ਹੀ ਇਸ ਤਰ੍ਹਾਂ ਪੱਲੇ ਪੈਂਦਾ। ਉੱਠ ਚਲੀ ਗਈ ਨਿਰਾਸ਼। ਜੀਵਨ ਨਿਰਾਸ਼ਤਾ ਵਿੱਚ ਗੁਜ਼ਰਿਆ ਔਰ ਅਖੀਰ ਨੂੰ ਨਿਰਾਸ਼ਤਾ ਹੀ ਸਿੱਟਾ ਨਿਕਲਿਆ। ਧਰਮ ਦੀ ਸੰਪੂਰਨ ਪ੍ਰਾਪਤੀ ਹੈ, ਪੂਰੀ ਤ੍ਰਿਪਤੀ ਆ ਜਾਣੀ। ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ। ਜਿਨ੍ਹਾਂ ਨੂੰ ਸਾਧ ਸੰਗਤ ਦੀ ਔਰ ਪੂਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ, ਭੇਟ ਹੋ ਜਾਂਦੀ। ਭੇਟਿਆ ਦਾ ਅਰਥ ਹੈ ਗੱਲ ਕਰਨੀ। ਭੇਟਿਆ ਦਾ ਅਰਥ ਹੈ ਭੇਟ ਵਾਰਤਾ ਕਰਨੀ। ਗੁਰੂ ਤੋਂ ਗੱਲ ਸੁਣਨੀ ਤੇ ਗੁਰੂ ਨੂੰ ਆਪਣੀ ਗੱਲ ਕਹਿਣੀ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੁਣਨੀ ਚਾਹੀਦੀ। ਆਪਾਂ ਆਪਣੀ ਲਿਸਟ ਸੁਣਾ ਕੇ ਵਾਪਸ ਮੁੜ ਜਾਂਦੇ ਹਾਂ ਜੀ, ਇਹ ਚਾਹੀਦਾ ਹੈ। ਹਜ਼ੂਰ ਕਹਿੰਦੇ ਮੇਰੀ ਵੀ ਤੇ ਸੁਣ। ਮੈਂ ਕੀ ਕਹਿਣਾ? ਸਿੱਖ ਕਹਿੰਦਾ ਜੀ ਨਹੀਂ, ਦੁਨੀਆ ਵਿੱਚ ਹੋਰ ਬੜੇ ਬੰਦੇ ਨੇ, ਉਹਨਾਂ ਨੂੰ ਸੁਣਾ ਲਿਆ ਜੇ, ਅਸੀਂ ਕੋਈ ਨਹੀਂ ਸੁਣਨੀ, ਤੁਹਾਡੀ ਸਾਡੀ ਸੁਣ ਲਓ। ਹਜ਼ੂਰ ਕਹਿੰਦੇ ਭੇਟ ਕਰ ਗੁਰੂ ਦੇ ਨਾਲ। ਜਿਨ ਕੋ ਸਾਧੂ ਭੇਟਿਆ ਸੋ ਦਰਗਹ। ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ, ਦਰਗਾਹ ਵਿੱਚ। ਖਲਾਸ ਦਾ ਅਰਥ ਹੈ ਮੁਕਤ ਹੋ ਜਾਂਦਾ, ਛੁੱਟ ਜਾਂਦਾ। ਤੇ ਫਿਰ ਅਖੀਰ ਤੇ ਇਸ ਦਵੈਤ ਦੀ ਸਥਿਤੀ ਨੂੰ, ਜਿਹੜੀ ਇੰਨੀ ਜਲਦੀ ਟੁੱਟਦੀ ਨਹੀਂ, ਦੁਬਦਾ। ਹਜ਼ੂਰ ਇੱਕ ਅਰਦਾਸ ਕਰਨ ਦੀ ਜਾਚ ਦੱਸਦੇ ਨੇ। ਹਜ਼ੂਰ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮੇਰੇ ਤੇ ਕਿਰਪਾ ਕਰੋ, ਮੇਰੇ ਮਨ ਦੀ ਜਿਹੜੀ ਪਿਆਸ ਹੈ ਨਾ, ਇੱਛਾ, ਉਹ ਤੇਰੇ ਦਰਸ਼ਨਾਂ ਦੀ ਸਿਰਫ ਰਹਿ ਜਾਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਿਉਂਕਿ ਤੇਰੇ ਤੋਂ ਬਿਨਾਂ ਹੋਰ ਕੋਈ ਸਮਰੱਥ ਹੀ ਨਹੀਂ, ਜਿਹੜਾ ਰੱਖ ਸਕੇ, ਜਿਹੜਾ ਕਿਰਪਾ ਕਰ ਸਕੇ। ਇਹ ਮੇਰੀ ਅਰਦਾਸ ਹੈ। ਆਸ਼ਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ। ਇਹ ਹਾੜ ਦਾ ਮਹੀਨਾ
ਉਹਨਾਂ ਨੂੰ ਹੀ ਸੁਖਦਾਈ, ਸੁਖਾਂ ਭਰਿਆ, ਆਨੰਦ ਭਰਿਆ ਹੈ, ਜਿਨ੍ਹਾਂ ਦੇ ਮਨ ਵਿੱਚ ਪੂਰੇ ਗੁਰੂ ਦੇ ਚਰਨਾਂ ਦਾ ਨਿਵਾਸ ਹੈ। ਚਰਨਾਂ ਦੇ ਨਿਵਾਸ ਦਾ ਮਤਲਬ ਗੁਰਬਾਣੀ ਦਾ ਨਿਵਾਸ, ਗੁਰੂ ਕੀ ਸਿੱਖਿਆ, ਗੁਰੂ ਕਾ ਸ਼ਬਦ ਜਿਨ੍ਹਾਂ ਦੇ ਮਨ ਵਿੱਚ ਵਸਿਆ, ਉਹਨਾਂ ਦਾ ਜੀਵਨ ਇਹ ਹਾੜ ਦੇ ਮਹੀਨੇ ਵਿੱਚ ਸੁੱਖਾਂ ਨਾਲ ਭਰਪੂਰ ਹੈ। ਆਓ ਇੱਕ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਸਾਰਿਆਂ ਨੇ ਪਿਆਰ ਸਹਿਤ ਬੋਲਣ ਦਾ ਯਤਨ ਕਰਨਾ। ਇਹ ਮੈਂ ਬੇਨਤੀ ਅੱਜ ਕਰਾਂਗਾ ਵੀ ਜਦੋਂ ਆਪਾਂ ਲੰਗਰ ਵਿੱਚ ਜਾਂਦੇ ਹਾਂ, ਉੱਥੇ ਸਿਰਫ ਵਰਤਾਵੇ ਜਿਹੜੇ ਨੇ ਉਹਨਾਂ ਨੂੰ ਬੋਲਣਾ ਪੈਂਦਾ ਹੈ। ਸਿਰਫ ਵਰਤਾਵਿਆਂ ਨੂੰ ਲੋੜ ਹੁੰਦੀ। ਆ ਕਈ ਜਿਹੜੇ ਮਤ ਚੱਲੇ ਨਾ, ਉਹ ਸਾਨੂੰ ਇਹ ਮਖੌਲ ਕਰਦੇ ਵੀ ਤੁਸੀਂ ਲੰਗਰ ਵਿੱਚ ਰੌਲਾ ਬੜਾ ਪਾਉਂਦੇ, ਤੇ ਜਿਹੜੀ ਸਾਡੀ ਕਮੀ ਉਹਨੂੰ ਪ੍ਰਵਾਨ ਕਰੀਏ। ਅਸੀਂ ਇੱਕ ਜਾਚ ਸਿੱਖਣੀ ਹੈ। ਲੰਗਰ ਵਿੱਚ ਜਾ ਕੇ ਜੇ ਬੋਲਣਾ ਤੇ ਸਿਰਫ ਵਰਤਾਵਿਆਂ ਦੀ ਲੋੜ ਹੈ, ਸਾਡੀ ਨਹੀਂ। ਅਸਲ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਇੱਥੇ ਰਸ ਲਿਆ ਹੈ ਨਾ, ਉਹਨਾਂ ਦਾ ਮਨ ਤੇ ਇੰਨਾ ਚੁੱਪ ਕਰ ਜਾਂਦਾ ਵੀ ਰਾਤ ਤੱਕ ਬੋਲਣ ਨੂੰ ਚਿੱਤ ਨਹੀਂ ਕਰਦਾ। ਤੇ ਅਸੀਂ ਇਹ ਥੋੜ੍ਹਾ ਜਿਹਾ ਨਿਯਮ ਪਾਲੀਏ ਵੀ ਜਦੋਂ ਲੰਗਰ ਵਿੱਚ ਜਾਣਾ ਹੈ, ਅਸੀਂ ਬੋਲਣਾ ਨਹੀਂ, ਚੁੱਪ ਕਰਨਾ। ਆਪਣੇ ਮਨ ਵਿੱਚ ਜੋ ਜਪੋ ਉਹ ਆਪਣਾ ਹੈ, ਚੁੱਪ ਕਰਕੇ। ਪਰ ਉੱਥੇ ਅਸੀਂ ਸਾਰੇ ਹੀ ਬੋਲਨੇ ਆ। ਉੱਥੋਂ ਇੱਕ ਗੱਲ ਪ੍ਰਤੀਤ ਹੁੰਦੀ ਵੀ ਜਿਹੜੇ ਅਸੀਂ 2 ਘੰਟੇ ਲਾ ਕੇ ਆਏ, ਉਹਦਾ ਅਸਰ ਕੀ ਹੋਇਆ? ਬਿਨਾਂ ਲੋੜ ਤੋਂ ਬੋਲੀ ਜਾਂਦੇ। ਲੋੜ ਤਾਂ ਹੈ ਨਹੀਂ। ਪ੍ਰਬੰਧਕਾਂ ਦੀ ਲੋੜ ਹੈ, ਵਰਤਾਵਿਆਂ ਦੀ ਲੋੜ ਹੈ। ਉਹਨਾਂ ਨੇ ਆਪਸ ਵਿੱਚ ਗੱਲ ਕਰਨੀ, ਸਲਾਹ ਕਰਨੀ। ਇਸ ਲਈ ਅੱਜ ਜਦੋਂ ਲੰਗਰ ਛਕਣਾ, ਜਾਂ ਅੱਜ ਨਹੀਂ ਜਦੋਂ ਵੀ, ਇਹ ਇੱਕ ਸਿਧਾਂਤ ਬਣਾਈਏ ਵੀ ਅਸਾਂ ਆਪਸ ਵਿੱਚ ਉੱਚੀ ਉੱਚੀ ਗੱਲਾਂ ਨਹੀਂ ਕਰਨੀਆਂ। ਪਤਾ ਲੱਗੇ ਜਿਹੜਾ ਲੰਗਰ ਵਿੱਚ ਜਾਏ ਸਾਧ ਸੰਗਤ ਜੀ, ਉਹ ਵੀ ਜੁੜ ਜਾ, ਵੇਖ ਕੇ ਤੁਹਾਨੂੰ ਉਹਦੇ 'ਤੇ ਵੀ ਪ੍ਰਭਾਵ ਪਵੇ। ਸੋ ਆਓ ਪਿਆਰ ਸਹਿਤ ਇੱਕ ਸ਼ਬਦ ਦਾ ਉਚਾਰਨ ਜਿਹੜਾ ਉੱਥੇ ਆਪਾਂ ਬੋਲਣਾ ਹੈ, ਤੇ ਥੋੜ੍ਹਾ ਜਿਹਾ ਖੁੱਲ੍ਹ ਕੇ ਬੋਲ ਲਵੋ, ਤਾਂ ਕਿ ਪਰਤ ਕੇ ਜੀ ਨਾ ਕਰੇਗਾ ਸਾਰਿਆਂ ਨੇ। ਕੋਈ ਰਸਨਾ ਖਾਲੀ ਨਹੀਂ ਰਹਿਣੀ ਚਾਹੀਦੀ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, 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 ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋਗ ਕੀ ਤੋਈ ਨਾਨਕ, ਨਾਮ ਮਿਲੈ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੈ। ਮੈਨੂੰ ਜੋਗ ਕੀ ਤੋਈ ਨਾਨਕ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ ਨਾਨਕ, ਨਾਮ ਮਿਲੈ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੈ। ਆਪੇ ਤਰਸ ਪਇਓਈ ਨਾਨਕ, ਨਾਮ ਮਿਲੈ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੈ। ਤਰਸ ਪਿਆ ਮਿਹ ਰਾਮਤ ਹੋਈ, 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 ਤਰਸ ਪਿਆ ਮਿਹ ਰਾਮਤ ਹੋਈ।
ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ, ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ। ਸਤਿਗੁਰ ਸੱਜਣ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ, ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ, ਨਾਮ ਮਿਲੇ ਤਾਂ ਸੋ ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ ਇਹਨਾਂ ਦੀਵਾਨਾਂ ਵਿੱਚ। ਅੱਜ 5ਵੇਂ ਦਿਨ ਦੇ ਦੀਵਾਨ ਵਿੱਚ ਸੋ ਹੁਣ ਅਰਦਾਸ ਹੋਵੇਗੀ। ਸਾਰੀ ਸੰਗਤ ਨੂੰ ਬੇਨਤੀ, ਅਰਦਾਸ ਤੋਂ ਬਾਅਦ ਆਪ ਜੀ ਨੇ ਜਾਣਾ ਹੈ, ਪ੍ਰਸ਼ਾਦਾ ਛਕਣਾ, ਫਿਰ ਘਰਾਂ ਨੂੰ ਜਾਣਾ। ਉਸ ਤੋਂ ਪਹਿਲਾਂ ਆਪ ਸਿਰਫ ਥੋੜ੍ਹਾ ਸਮਾਂ ਲੱਗਦਾ। ਸੋ ਉਸੇ ਤਰ੍ਹਾਂ ਜਿਵੇਂ ਕੱਲ੍ਹ ਵਾਰੀ ਸਿਰ ਪਿਆਰ ਨਾਲ ਬੇਰਸੀ ਨਾ ਹੋਵੇ, ਆਪਾਂ ਇਹ ਸਾਰੀ ਕਾਰਵਾਈ ਜਿਹੜੀ ਨਿਭਾਉਣੀ ਹੈ। ਉਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜੋ ਵੀ ਆਪ ਦੂਰੋਂ ਨੇੜੇ ਤੋਂ ਬੜੇ ਪਿਆਰ ਸਹਿਤ ਔਰ ਬੜੀ ਇਕਾਗਰਤਾ ਸਹਿਤ ਆਪ ਜੀ ਸਰਵਣ ਕਰਦੇ ਹੋ। ਔਰ ਜਿਹੜੀਆਂ ਵੀ ਸੇਵਾਵਾਂ ਨੇ ਸਾਰੀਆਂ ਜਿਹੜੀ ਸੰਗਤ ਦੁਆਰਾ ਕੀਤੀਆਂ ਜਾਂਦੀਆਂ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।